ਹੈਲੋ एवरीवन। ਅੱਜ ਆਪਾਂ ਸਟਾਰਟ ਕਰਾਂਗੇ ਜੀ ਪੋਲਿਟੀ ਇਸ਼ੂਜ਼। ਜਿੱਦਾਂ ਤੁਹਾਡੇ ਪੀਪੀਐਸਸੀ ਦੇ ਸਿਲੇਬਸ ਦੇ ਵਿੱਚ ਮੈਂਸ਼ਨ ਹੈ ਜੀ ਪੋਲਿਟੀ ਇਸ਼ੂਜ਼ ਕਰੰਟ ਅਫੇਅਰ ਦੇ ਵਿੱਚ ਉਹਨਾਂ ਨੇ ਅਲੱਗ-ਅਲੱਗ ਸੈਕਸ਼ਨ ਡਿਫਾਈਨ ਕੀਤੇ ਹੋਏ ਨੇ। ਪੋਲਿਟੀ ਇਸ਼ੂਜ਼ ਨੂੰ ਅਲੱਗ ਡਿਫਾਈਨ ਕੀਤਾ ਹੋਇਆ, ਇਨਵਾਇਰਨਮੈਂਟ ਇਸ਼ੂਜ਼ ਨੂੰ ਅਲੱਗ ਡਿਫਾਈਨ ਕੀਤਾ ਹੋਇਆ। ਤਾਂ ਉਹਦੇ ਵਿੱਚੋਂ ਅੱਜ ਆਪਾਂ ਫਸਟ ਜਿਹੜਾ ਆਪਣਾ ਲੈਕਚਰ ਹੋਏਗਾ ਉਹ ਹੋਏਗਾ ਜੀ ਆਪਣਾ ਪੋਲਿਟੀ ਇਸ਼ੂ ਦੇ ਉੱਪਰ। ਠੀਕ ਹੈ ਜੀ, ਤਾਂ ਫਿਰ ਜ਼ਿਆਦਾ ਟਾਈਮ ਨਹੀਂ ਵੇਸਟ ਕਰਦੇ ਜੀ, ਆਪਾਂ ਸ਼ੁਰੂ ਕਰਦੇ ਹਾਂ। ਤਾਂ ਦੇਖੋ ਜੀ ਫਸਟ ਨਿਊਜ਼ ਕੀ ਹੈਗੀ ਹੈ ਜੀ ਆਪਣੇ ਪਾਸ, ਜੋ ਸੀਬੀਆਈ ਹੈ ਔਰ ਸੀਬੀਸੀ ਹੈ ਉਹਨਾਂ ਦੇ ਜਿਹੜੇ ਮੇਨ ਕਮਿਸ਼ਨਰ ਨੇ ਉਹਨਾਂ ਦਾ ਜਿਹੜਾ ਟੈਨਿਓਰ ਆ ਮੈਕਸਿਮਮ 5 ਈਅਰ ਤੱਕ ਕੀ ਕੀਤਾ ਜਾ ਸਕਦਾ ਜੀ, ਹੁਣ ਐਕਸਟੈਂਡ ਕੀਤਾ ਜਾ ਸਕਦਾ। ਤਾਂ ਦੇਖੋ ਜੀ ਜਿਹੜੀਆਂ ਪੋਲੀਟੀਕਲ ਨਿਊਜ਼ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਨੇ ਕਿੱਦਾਂ ਪੜ੍ਹਨਾ ਹੈ ਕਿ ਜਿਹੜਾ ਵੀ ਕੋਈ ਆਰਗੇਨਾਈਜੇਸ਼ਨ ਅਗਰ ਨਿਊਜ਼ ਦੇ ਵਿੱਚ ਰਹਿ ਰਹੀ ਹੈ ਜਾਂ ਕਿ ਕੋਈ ਇਹ ਕਹਿ ਲਓ ਕਿ ਕੋਈ ਅਹੁਦਾ ਹੈ ਜਿਹੜਾ ਆਪਾਂ ਪੰਜਾਬੀ ਜਿਹਨੂੰ ਅਹੁਦਾ ਕਹਿ ਦਿੰਦੇ ਹਾਂ, ਕੋਈ ਪ੍ਰੈਜ਼ੀਡੈਂਟ ਕੋਈ ਪ੍ਰੈਜ਼ੀਡੈਂਟ ਨਿਊਜ਼ ਦੇ ਵਿੱਚ ਰਹਿ ਰਿਹਾ ਤਾਂ ਉਹਦੇ ਨਾਲ ਰਿਲੇਟਿਡ ਆਪਾਂ ਨੂੰ ਚੀਜ਼ਾਂ ਨੇ ਕੀ ਨੇ ਜੀ ਇਹਦੇ ਵਿੱਚ ਕਵਰ ਕਰਨੀਆਂ ਪੈਣਗੀਆਂ। ਉਹਨਾਂ ਨਾਲ ਰਿਲੇਟਿਡ ਜਿਹੜੇ ਸਟੈਟਿਕ ਫੈਕਟਸ ਨੇ ਉਹ ਆਪਾਂ ਕੀ ਕਰਾਂਗੇ, ਕਵਰ ਕਰਾਂਗੇ। ਤਾਂ ਦੇਖੋ ਜੀ ਸੀਬੀਆਈ ਔਰ ਸੀਬੀਸੀ ਦੋਨਾਂ ਦੇ ਜਿਹੜੇ ਕਮਿਸ਼ਨਰ ਨੇ ਉਹਨਾਂ ਦੀ ਜਿਹੜੀ ਟੈਨਿਓਰ ਹੈ ਅਪ ਟੂ 5 ਈਅਰ ਤੱਕ ਕੀ ਕੀਤਾ ਜਾ ਸਕਦਾ ਜੀ, ਐਕਸਟੈਂਡ ਕੀਤਾ ਜਾ ਸਕਦਾ। ਤਾਂ ਹੁਣ ਦੇਖੋ ਜੀ ਸੀਬੀਆਈ ਨਿਊਜ਼ ਦੇ ਵਿੱਚ ਆ ਗਿਆ ਔਰ ਸੀਬੀਸੀ ਨਿਊਜ਼ ਦੇ ਵਿੱਚ ਆ ਗਿਆ, ਤਾਂ ਆਪਾਂ ਨੂੰ ਸੀਬੀਆਈ ਬਾਰੇ ਵੀ ਪਤਾ ਹੋਣਾ ਚਾਹੀਦਾ ਔਰ ਆਪਾਂ ਨੂੰ ਸੀਬੀਸੀ ਬਾਰੇ ਵੀ ਪਤਾ ਹੋਣਾ ਚਾਹੀਦਾ। ਤਾਂ ਹੁਣ ਆਪਾਂ ਸਟਾਰਟ ਕਰਦੇ ਹਾਂ ਜੀ। ਸੀਬੀਆਈ ਕੀ ਹੁੰਦਾ ਜੀ? ਸੀਬੀਆਈ ਦੀ ਜਿੱਦਾਂ ਆਪਾਂ ਨੂੰ ਪਤਾ ਹੈ ਫੁੱਲ ਫਾਰਮ ਹੁੰਦੀ ਹੈ ਜੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ। ਸੀਬੀਆਈ ਕਾਹਦੇ ਲਈ ਬਣਾਇਆ ਗਿਆ ਸੀਗਾ? ਸੀਬੀਆਈ ਬੇਸਿਕਲੀ ਕਰਪਸ਼ਨ ਦੇ ਜਿਹੜੇ ਕੇਸਿਸ ਨੇ ਇੱਦਾਂ ਦੇ ਮਤਲਬ ਕਰਪਸ਼ਨ ਦੇ ਕੇਸਿਸ ਹੋ ਗਏ ਜਾਂ ਗਵਰਨਮੈਂਟ ਆਫਿਸਰ ਦੇ ਰਿਲੇਟਡ ਕੋਈ ਵੀ ਅਗਰ ਇੱਦਾਂ ਦਾ ਕੇਸ ਆਂਦਾ ਹੈ, ਠੀਕ ਹੈ ਜੀ, ਉਹਨੂੰ ਇਨਵੈਸਟੀਗੇਟ ਕਰਨ ਦੇ ਲਈ ਇੱਕ ਮੇਨ ਸੈਂਟਰਲ ਬੋਡੀ ਹੈ ਜੀ ਜਿਹਦਾ ਨਾਮ ਹੈਗਾ ਜੀ ਆਪਣੇ ਪਾਸ ਸੀਬੀਆਈ। ਠੀਕ ਹੈ ਜੀ। ਔਰ ਜਿਹੜੀ ਸੀਬੀਆਈ ਹੈ ਉਹ ਕਦੋਂ ਬਣਾਈ ਗਈ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਜਿਹੜੀ ਸੀਬੀਆਈ ਹੈ ਉਹ 1963 ਦੇ ਵਿੱਚ ਕੀ ਸੀ ਜੀ, ਬਣਾਈ ਗਈ ਸੀ। ਇਹ ਤੁਸੀਂ ਯਾਦ ਰੱਖਣਾ। ਸੀਬੀਆਈ ਕੀ ਇੱਕ ਸਟੈਚੂਟਰੀ ਬੋਡੀ ਹੈ ਜਾਂ ਫਿਰ ਇੱਕ ਕਨਸਟੀਟਿਊਸ਼ਨਲ ਬੋਡੀ ਹੈ? ਇੱਦਾਂ ਦੇ ਕੁਐਸਚਨ ਵੀ ਪੁੱਛੇ ਜਾਂਦੇ ਨੇ। ਤਾਂ ਫॉर योर ਕਾਈਂਡ ਇਨਫੋਰਮੇਸ਼ਨ ਸੀਬੀਆਈ ਇੱਕ ਸਟੈਚੂਟਰੀ ਬੋਡੀ ਨਹੀਂ ਹੈਗੀ। ਠੀਕ ਹੈ, ਇੱਕ ਕਨਸਟੀਟਿਊਸ਼ਨਲ ਬੋਡੀ ਹੁੰਦੀ ਹੈ ਜੀ, ਇੱਕ ਆਪਣੇ ਪਾਸ ਸਟੈਚੂਟਰੀ ਬੋਡੀ ਹੁੰਦੀ ਹੈ। ਕਨਸਟੀਟਿਊਸ਼ਨਲ ਬੋਡੀ ਉਹ ਬੋਡੀ ਹੁੰਦੀ ਹੈ ਜਦੋਂ ਕਨਸਟੀਟਿਊਸ਼ਨ ਬਣਿਆ ਸੀ ਉਦੋਂ ਸਟਾਰਟਿੰਗ ਦੇ ਵਿੱਚ ਹੀ ਕਨਸਟੀਟਿਊਸ਼ਨ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੀ। ਦੈਟ ਇਜ਼ ਉਹ ਸਾਰੀਆਂ ਬੋਡੀਜ਼ ਕੀ ਹੁੰਦੀਆਂ ਨੇ, ਕਨਸਟੀਟਿਊਸ਼ਨਲ ਬੋਡੀਜ਼ ਹੁੰਦੀਆਂ ਨੇ। ਜਿੱਦਾਂ ਆਪਣੇ ਪਾਸ ਯੂਪੀਐਸਸੀ ਹੋ ਗਿਆ, ਠੀਕ ਹੈ ਜੀ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੋ ਗਿਆ, ਇਹ ਸਾਰੀਆਂ ਕੀ ਨੇ, ਕਨਸਟੀਟਿਊਸ਼ਨਲ ਬੋਡੀਜ਼ ਨੇ। ਹੁਣ ਗੱਲ ਆਉਂਦੀ ਹੈ ਸਟੈਚੂਟਰੀ ਬੋਡੀਜ਼ ਕਿਹੜੀਆਂ ਬੋਡੀਜ਼ ਹੁੰਦੀਆਂ ਨੇ? ਸਟੈਚੂਟਰੀ ਬੋਡੀਜ਼ ਉਹ ਬੋਡੀਜ਼ ਹੁੰਦੀਆਂ ਨੇ ਜਿਹੜੀਆਂ ਪਾਰਲੀਮੈਂਟ ਦੇ ਵਿੱਚ ਕਿਸੇ ਐਕਟ ਦੇ ਥਰੂ ਕੀ ਕੀਤੀਆਂ ਜਾਂਦੀਆਂ ਨੇ, ਕਨਸਟੀਟਿਊਸ਼ਨ ਦੇ ਵਿੱਚ ਪਾਈਆਂ ਜਾਂਦੀਆਂ ਨੇ, ਉਹਨਾਂ ਨੂੰ ਆਪਾਂ ਸਟੈਚੂਟਰੀ ਬੋਡੀਜ਼ ਬੋਲਦੇ ਹਾਂ। ਤਾਂ ਜਿਹੜੀ ਸੀਬੀਆਈ ਹੈ ਇੱਕ ਸਟੈਚੂਟਰੀ ਬੋਡੀ ਨਹੀਂ ਹੈਗੀ। ਜਿਹੜਾ ਸੀਬੀਆਈ ਆਪਣੀ ਜਿਹੜੀ ਪਾਵਰ ਡਰਾਈਵ ਕਰਦੀ ਹੈ ਉਹ ਦਿੱਲੀ ਸਪੈਸ਼ਲ ਪੁਲਿਸ ਐਸਟੈਬਲਿਸ਼ ਐਕਟ 1946 ਤੋਂ ਕਰਦੀ ਹੈ। ਠੀਕ ਹੈ, ਤਾਂ ਵਰਲਡ ਵਾਰ 2 ਦੇ ਟਾਈਮ ਇਹ ਐਕਟ ਸੀਗਾ ਬ੍ਰਿਟਿਸ਼ਰਸ ਦੇ ਦੁਆਰਾ ਬਣਾਇਆ ਗਿਆ ਸੀਗਾ ਜੀ, ਜਿਹਨੂੰ ਆਪਾਂ ਡੀਐਸਪੀ ਐਕਟ ਵੀ ਬੋਲਦੇ ਹਾਂ। ਇਹ ਵਰਲਡ ਵਾਰ 2 ਦੇ ਟਾਈਮ ਬਣਾਇਆ ਗਿਆ ਸੀਗਾ। ਤਾਂ ਜਦੋਂ 1963 ਦੇ ਵਿੱਚ ਸੀਬੀਆਈ ਬਣਿਆ ਸੀਗਾ ਤਾਂ ਜਿਹੜੀ ਸੀਬੀਆਈ ਆਪਣੀ ਜਿਹੜੀ ਪਾਵਰ ਹੈ ਉਹ ਇਸੇ ਐਕਟ ਤੋਂ ਕੀ ਕਰਦੀ ਹੈ, ਡਰਾਈਵ ਕਰਦੀ ਹੈ। ਪਰ ਸੀਬੀਆਈ ਇੱਕ ਸਟੈਚੂਟਰੀ ਬੋਡੀ ਨਹੀਂ ਹੈਗੀ। ਠੀਕ ਹੈ ਜੀ, ਇਹ ਵੀ ਚੀਜ਼ ਦਾ ਤੁਸੀਂ ਧਿਆਨ ਰੱਖਣਾ। ਹੁਣ ਸੀਬੀਆਈ ਆਪਾਂ ਨੇ ਇਹ ਤਾਂ ਪੜ੍ਹ ਲਿਆ ਕਿ ਸੀਬੀਆਈ ਕੀ ਹੁੰਦਾ ਹੈ। ਸੀਬੀਆਈ ਇੱਕ ਚੀਜ਼ ਆਉਂਦੀ ਹੈ ਕਿ ਸੀਬੀਆਈ ਦੇ ਵਿੱਚ ਜਿਹੜਾ ਮੇਨ ਡਾਇਰੈਕਟਰ ਹੁੰਦਾ ਹੈ ਉਹ ਕਿੱਦਾਂ ਅਪਾਇੰਟ ਕੀਤਾ ਜਾਂਦਾ? ਦੇਖੋ ਜੀ 2014 ਤੋਂ ਪਹਿਲਾਂ ਤਾਂ ਕੀ ਹੁੰਦਾ ਸੀਗਾ ਜੀ, ਪਾਰਲੀਮੈਂਟ ਦੇ ਦੁਆਰਾ ਹੀ ਇਹਨੂੰ ਅਪਾਇੰਟ ਕੀਤਾ ਜਾਂਦਾ ਸੀ। ਪਰ 2014 ਤੋਂ ਬਾਅਦ ਇਹਦੇ ਵਿੱਚ ਅਮੈਂਡਮੈਂਟ ਹੋਈ ਹੈ। 2014 ਤੋਂ ਬਾਅਦ ਜਿਹੜੀ ਇੱਕ ਸਪੈਸ਼ਲ ਕਮੇਟੀ ਹੈ ਜਿਹੜੀ ਫਾਰਮ ਬਣਦੀ ਹੈ ਜੀ, ਕੰਪੋਜੀਸ਼ਨ ਹੁੰਦੀ ਹੈ ਜਿਹਦੇ ਦੁਆਰਾ ਜਿਹੜਾ ਇਹ ਸੀਬੀਆਈ ਦਾ ਡਾਇਰੈਕਟਰ ਹੈ ਅਪਾਇੰਟ ਕੀਤਾ ਜਾਂਦਾ। ਉਹਦੇ ਵਿੱਚ ਉਹ ਜਿਹੜੀ ਕੰਪੋਜੀਸ਼ਨ ਹੁੰਦੀ ਆ ਉਹਦੇ ਵਿੱਚ ਇੱਕ ਤਾਂ ਪੀਐਮ ਹੁੰਦੇ ਨੇ ਜੀ, ਇੱਕ ਲੀਡਰ ਆਫ ਓਪੋਜੀਸ਼ਨ ਹੁੰਦਾ ਹੈ, ਇੱਕ ਆਪਣੇ ਪਾਸ ਕੀ ਹੁੰਦਾ ਹੈ ਜੀ, ਚੀਫ ਜਸਟਿਸ ਆਫ ਸੁਪਰੀਮ ਕੋਰਟ। ਮਤਲਬ ਇਹ 3 ਬੰਦਿਆਂ ਦੀ ਕੰਪੋਜੀਸ਼ਨ ਦੇ ਨਾਲ ਕੀ ਹੁੰਦਾ ਹੈ ਜੀ, ਸੀਬੀਆਈ ਦਾ ਜਿਹੜਾ ਡਾਇਰੈਕਟਰ ਹੈ ਅਪਾਇੰਟ ਹੁੰਦਾ ਹੈ। ਹੁਣ ਦੇਖੋ ਸੀਬੀਆਈ ਵੈਸੇ ਤਾਂ ਇਹਨਾਂ ਨੇ ਇੱਕ ਇਨਵੈਸਟੀਗੇਸ਼ਨ ਬੋਡੀ ਬਣਾਈ ਸੀ ਕਰਪਸ਼ਨ ਰਿਲੇਟਡ ਕੇਸਿਸ ਨੂੰ ਇਨਵੈਸਟੀਗੇਟ ਕਰਨ ਦੇ ਲਈ। ਪਰ ਹੋਇਆ ਇਹ ਕਿਉਂਕਿ ਇਹਦੇ ਵਿੱਚ ਜਿਹੜੇ ਆਫਿਸਰ ਸੀਗੇ ਉਹ ਗਵਰਨਮੈਂਟ ਦੇ ਹੀ ਆਫਿਸਰਸ ਹੁੰਦੇ ਸੀਗੇ, ਤਾਂ ਇਹ ਕੀ ਇੱਕ ਪ੍ਰੋਪਰ ਵੇ ਦੇ ਨਾਲ ਕੀ ਨਹੀਂ ਕਰ ਪਾਈ, ਕੰਮ ਨਹੀਂ ਕਰ ਪਾਈ। ਠੀਕ ਹੈ ਜੀ, ਇਹ ਪ੍ਰੋਪਰ ਵੇ ਦੇ ਨਾਲ ਕੰਮ ਨਹੀਂ ਕਰ ਪਾਈ। ਤਾਂ ਇਸ ਨੂੰ ਇਹਦੀ ਜਗ੍ਹਾ ਦੇ ਉੱਪਰ ਅਗਲੇ ਹੀ ਸਾਲ 1964 ਦੇ ਵਿੱਚ ਇੱਕ ਨਵੀਂ ਬੋਡੀ ਬਣਾਈ ਗਈ ਜਿਹਨੂੰ ਆਪਾਂ ਬੋਲਦੇ ਹਾਂ ਸੀਵੀਸੀ, ਸੈਂਟਰਲ ਵਿਜੀਲੈਂਸ ਕਮਿਸ਼ਨ। ਇੱਕ ਚੀਜ਼ ਆਪਾਂ ਇਹਦੇ ਵਿੱਚ ਹੋਰ ਰਹਿ ਗਈ ਜੀ, ਆਪਾਂ ਉਹ ਵੀ ਡਿਸਕਸ ਕਰ ਲੈਂਦੇ ਹਾਂ ਕਿ ਜਿਹੜਾ ਸੀਬੀਆਈ ਹੈ ਉਹ ਕਿਹੜੀ ਮਿਨਿਸਟਰੀ ਦੇ ਅੰਡਰ ਕੰਮ ਕਰਦਾ ਜੀ। ਸਟਾਰਟਿੰਗ ਦੇ ਵਿੱਚ ਜਿਹੜਾ ਸੀਬੀਆਈ ਬਣਿਆ ਸੀਗਾ ਉਹ ਹੋਮ ਮਿਨਿਸਟਰੀ ਦੇ ਅੰਡਰ ਕੰਮ ਕਰਦਾ ਸੀਗਾ। ਪਰ ਹੁਣ ਐਟ ਪ੍ਰੈਜ਼ੈਂਟ ਜਿਹੜਾ ਸੀਬੀਆਈ ਹੈ ਉਹ ਕਿਹੜੀ ਮਿਨਿਸਟਰੀ ਦੇ ਅੰਡਰ ਕੰਮ ਕਰਦਾ ਜੀ? ਉਹ ਆਪਣੇ ਪਾਸ ਕੰਮ ਕਰਦਾ ਜੀ ਮਿਨਿਸਟਰੀ ਆਫ ਪਰਸਨਲ
ਪੈਨਸ਼ਨ ਐਂਡ ਪਬਲਿਕ ਗ੍ਰੀਵੈਂਸਿਸ ਮਿਨਿਸਟਰੀ ਦੇ ਅੰਡਰ ਸੀਬੀਆਈ ਕੰਮ ਕਰਦਾ। ਠੀਕ ਹੈ ਜੀ, ਤਾਂ ਇਹ ਸੀਗਾ ਆਪਣੇ ਪਾਸ ਸੀਬੀਆਈ। ਪਹਿਲਾਂ ਜਿਹੜਾ ਟੈਨਿਓਰ ਸੀਗਾ ਸੀਬੀਆਈ ਦੇ, ਜਿਹੜਾ ਮੇਨ ਡਾਇਰੈਕਟਰ ਸੀਗਾ, ਉਹਦਾ ਟੈਨਿਓਰ 2 ਸਾਲ ਦਾ ਸੀਗਾ। ਹੁਣ ਇਹ ਟੈਨਿਓਰ ਮੈਕਸਿਮਮ 5 ਸਾਲ ਤੱਕ ਕੀ ਕੀਤਾ ਜਾ ਸਕਦਾ, ਐਕਸਟੈਂਡ ਕੀਤਾ ਜਾਂਦਾ। 1963 ਦੇ ਵਿੱਚ ਸੀਬੀਆਈ ਬਣੀ ਸੀਗੀ। ਠੀਕ ਹੈ ਜੀ, ਇਹ ਆਪਾਂ ਸਾਰੇ ਜਿਹੜੀ ਚੀਜ਼ਾਂ ਹੈ ਸੀਬੀਆਈ ਬਾਰੇ ਡਿਸਕਸ ਕਰ ਲਈਆਂ। ਹੁਣ ਆਪਾਂ ਨੈਕਸਟ ਡਿਸਕਸ ਕਰਦੇ ਹਾਂ ਜੀ ਸੀਵੀਸੀ ਬਾਰੇ। ਸੀਵੀਸੀ ਦੀ ਫੁੱਲ ਫਾਰਮ ਕੀ ਹੈ ਜੀ? ਸੈਂਟਰਲ ਵਿਜੀਲੈਂਸ ਕਮਿਸ਼ਨ। ਆਪਾਂ ਨੂੰ ਪਤਾ ਹੈ ਜੀ ਸੀਵੀਸੀ ਦੀ ਫੁੱਲ ਫਾਰਮ ਹੈਗੀ ਹੈ ਸੈਂਟਰਲ ਵਿਜੀਲੈਂਸ ਕਮਿਸ਼ਨ। ਆਪਾਂ ਨੇ ਪਿੱਛੇ ਹੀ ਦੇਖ ਲਿਆ ਸੀਗਾ ਕਿ 1963 ਦੇ ਵਿੱਚ ਸੀਬੀਆਈ ਬਣਿਆ ਸੀਗਾ, ਔਰ ਉਹਦੇ ਨੈਕਸਟ ਈਅਰ ਹੀ ਕੀ ਬਣ ਗਿਆ ਸੀ ਜੀ ਆਪਣੇ ਪਾਸ? ਸੀਵੀਸੀ ਬਣ ਗਿਆ ਸੀਗਾ। 1964 ਦੇ ਵਿੱਚ ਆਪਣੇ ਪਾਸ ਕੀ ਬਣਿਆ ਜੀ? ਸੀਵੀਸੀ ਬਣਿਆ। ਠੀਕ ਹੈ ਜੀ, ਔਰ ਕਿਹੜੀ ਕਮੇਟੀ ਦੇ ਰਿਕਮੈਂਡੇਸ਼ਨ ਤੇ ਸੀਵੀਸੀ ਨੂੰ ਬਣਾਇਆ ਗਿਆ? ਉਹ ਬਣਾਇਆ ਗਿਆ ਜੀ ਕੇ ਸੰਥਨਮ ਕਮੇਟੀ। ਸਿਮਿਲਰ ਕਮੇਟੀ ਸੀਬੀਆਈ, ਅਗਰ ਸੀਬੀਆਈ ਦੀ ਕਮੇਟੀ ਪੁੱਛੀ ਜਾਂਦੀ ਹੈ ਕਿ ਸੀਬੀਆਈ ਕਿਹੜੀ ਕਮੇਟੀ ਦੇ ਰਿਕਮੈਂਡੇਸ਼ਨ ਦੇ ਨਾਲ ਬਣਿਆ ਔਰ ਸੀਵੀਸੀ ਕਿਹੜੀ ਕਮੇਟੀ ਦੇ ਰਿਕਮੈਂਡੇਸ਼ਨ ਦੇ ਨਾਲ ਬਣਿਆ, ਦੋਨਾਂ ਦੀਆਂ ਜਿਹੜੀਆਂ ਕਮੇਟੀਆਂ ਨੇ ਉਹ ਸੇਮ ਨੇ। ਕੇ ਸੰਥਨਮ ਕਮੇਟੀ ਦੇ ਰਿਕਮੈਂਡੇਸ਼ਨ ਦੇ ਨਾਲ ਹੀ ਸੀਬੀਆਈ ਬਣਿਆ, ਕੇ ਸੰਥਨਮ ਕਮੇਟੀ ਦੇ ਰਿਕਮੈਂਡੇਸ਼ਨ ਦੇ ਨਾਲ ਹੀ ਕੀ ਬਣਿਆ ਜੀ ਆਪਣੇ ਪਾਸ? ਸੀਵੀਸੀ ਬਣਿਆ। ਠੀਕ ਹੈ ਜੀ, ਤਾਂ ਹੁਣ ਦੇਖੋ ਸੀਬੀਆਈ ਆਪਾਂ ਨੇ ਜਿੱਦਾਂ ਗੱਲ ਕੀਤੀ ਸੀਗੀ ਕਿ ਇਹਨੂੰ ਇੱਕ ਕੇਜਡ ਪੈਰਟ ਕਿਹਾ ਜਾਣ ਲੱਗਿਆ ਸੀ ਇਸ ਆਰਗੇਨਾਈਜੇਸ਼ਨ ਨੂੰ। ਠੀਕ ਹੈ ਜੀ, ਇਸ ਬਾਡੀ ਨੂੰ ਕੇਜਡ ਪੈਰਟ ਕਿਹਾ ਜਾਂਦਾ ਸੀਗਾ ਕਿਉਂਕਿ ਇਹਦੇ ਵਿੱਚ ਜਿਹੜੇ ਆਫੀਸਰ ਸੀਗੇ ਉਹ ਗਵਰਨਮੈਂਟ ਦੇ ਜਿੱਦਾਂ ਗਵਰਨਮੈਂਟ ਕਹਿੰਦੀ ਸੀ ਉਦਾਂ ਹੀ ਕਰਦੇ ਸੀ, ਮਤਲਬ ਐਕਚੁਅਲ ਜਿਹੜਾ ਇਹਦਾ ਪਰਪਸ ਸੀਗਾ ਉਹ ਫੁੱਲਫਿਲ ਨਹੀਂ ਹੋ ਰਿਹਾ ਸੀਗਾ। ਤਾਂ ਇਸ ਲਈ ਕੀ ਜੀ ਸੀਵੀਸੀ ਬਣਾਈ ਗਈ। ਦੇਖੋ ਜਿੱਦਾਂ ਆਪਾਂ ਨੇ ਦੇਖਿਆ ਸੀਗਾ ਕਿ ਜਿਹੜੀ ਸੀਬੀਆਈ ਹੈ ਉਹ ਇੱਕ ਮਿਨਿਸਟਰੀ ਦੇ ਅੰਡਰ ਕੰਮ ਕਰਦੀ ਹੈ, ਪਰ ਜਿਹੜੀ ਸੀਬੀਆਈ ਇੱਕ ਮਿਨਿਸਟਰੀ ਦੇ ਅੰਡਰ ਕੰਮ ਕਰਦੀ ਹੈ, ਤਾਂ ਜਿਹੜੀ ਸੀਵੀਸੀ ਹੈ ਉਹ ਇੱਕ ਇੰਡੀਪੈਂਡੈਂਟ ਬੋਡੀ ਹੈ। ਠੀਕ ਹੈ ਜੀ, ਇਹ ਵੀ ਚੀਜ਼ ਤੁਸੀਂ ਯਾਦ ਰੱਖਣਾ। ਇਹ ਕੀ ਹੈ ਜੀ? ਇੱਕ ਇੰਡੀਪੈਂਡੈਂਟ ਬੋਡੀ ਹੈ ਔਰ ਇਹ ਕਿਸੇ ਵੀ ਮਿਨਿਸਟਰੀ ਜਾਂ ਡਿਪਾਰਟਮੈਂਟ ਦੇ ਅੰਡਰ ਨਹੀਂ ਆਉਂਦੀ। ਇਹ ਡਾਇਰੈਕਟ ਪਾਰਲੀਮੈਂਟ ਨੂੰ ਕੀ ਕਰਦੀ ਹੈ ਜੀ? ਰਿਪੋਰਟ ਕਰਦੀ ਹੈ। ਹੁਣ ਸੀਬੀਆਈ ਆਪਾਂ ਨੇ ਦੇਖਿਆ ਸੀ ਕਿ ਇੱਕ ਸਟੈਚੂਟਰੀ ਬੋਡੀ ਨਹੀਂ ਹੈਗੀ, ਪਰ ਸੀਵੀਸੀ ਕੀ ਹੈ ਜੀ? ਇੱਕ ਐਕਟ ਦੇ ਥਰੂ ਕੀ ਕੀਤੀ ਹੈ ਜੀ? ਬਣਾ ਕੇ ਕਨਸਟੀਟਿਊਸ਼ਨ ਦੇ ਵਿੱਚ ਪਾਈ ਗਈ ਹੈ। ਤਾਂ ਸੀਵੀਸੀ ਕੀ ਹੈ ਜੀ? ਆਪਣੇ ਪਾਸ ਇੱਕ ਸਟੈਚੂਟਰੀ ਬੋਡੀ ਹੈ। ਦੋਨਾਂ ਦੇ ਵਿੱਚ ਕੀ ਹੈ ਜੀ? ਮੇਨ ਡਿਫਰੈਂਸ ਹੈ, ਯਾਦ ਰੱਖਣਾ ਹੈ। ਠੀਕ ਹੈ ਜੀ, ਤਾਂ ਉਸ ਤੋਂ ਬਾਅਦ ਆਪਣੇ ਪਾਸ ਕੀ ਆਉਂਦਾ ਜੀ? ਸੀਵੀਸੀ ਐਕਟ ਜਿਹੜਾ 2003 ਦੇ ਥਰੂ ਹੀ ਇਹਨੂੰ ਮਤਲਬ ਜਿਹੜਾ ਐਕਟ ਸਟੈਚੂਟਰੀ ਜਿਹੜਾ ਸਟੇਟਸ ਹੈ ਉਹ ਦਿੱਤਾ ਗਿਆ ਸੀਗਾ। ਇਹ ਵੀ ਤੁਸੀਂ ਧਿਆਨ ਰੱਖਣਾ। ਤੇ ਇੱਕ ਮਲਟੀ ਮੈਂਬਰ ਬੋਡੀ ਹੈ। ਜਿੱਦਾਂ ਆਪਾਂ ਨੇ ਦੇਖਿਆ ਸੀਗਾ ਸੀਬੀਆਈ ਦਾ ਕੀ ਸੀਗਾ? ਇੱਕ ਕਮਿਸ਼ਨਰ ਹੁੰਦਾ ਹੈ, ਪਰ ਇਹਦੇ ਵਿੱਚ ਸੀਵੀਸੀ ਦੇ ਵਿੱਚ ਇੱਕ ਮੇਨ ਕਮਿਸ਼ਨਰ ਹੁੰਦਾ ਹੈ ਔਰ ਮੈਕਸਿਮਮ ਦੋ ਹੋਰ ਕਮਿਸ਼ਨਰ ਹੋ ਸਕਦੇ ਨੇ। ਠੀਕ ਹੈ ਜੀ, ਇਹ ਵੀ ਤੁਸੀਂ ਧਿਆਨ ਰੱਖਣਾ। ਔਰ ਇਹਨਾਂ ਜਿਹੜੇ ਇਹਨਾਂ ਦੇ ਡਾਇਰੈਕਟਰ ਨੇ ਸੀਵੀਸੀ ਦੇ, ਉਹਨਾਂ ਨੂੰ ਜੀ ਕੌਣ ਅਪਾਇੰਟ ਕਰੇਗਾ? ਉਹਨਾਂ ਨੂੰ ਪ੍ਰੈਜ਼ੀਡੈਂਟ ਅਪਾਇੰਟ ਕਰੇਗਾ। ਠੀਕ ਹੈ ਜੀ, ਤਾਂ ਦੇਖੋ ਸੀਬੀਆਈ ਤੋਂ ਬਾਅਦ ਸੀਵੀਸੀ ਬਣੀ। ਸੀਵੀਸੀ ਵੀ ਇੱਕ ਐਡਵਾਈਜ਼ਰੀ ਹੀ ਬੋਡੀ ਸੀਗੀ। ਠੀਕ ਹੈ ਜੀ, ਸੀਬੀਆਈ ਨੂੰ ਡਾਇਰੈਕਟ ਕਰਦੀ ਸੀਗੀ। ਇਹਦੇ ਵਿੱਚ ਇਹਦੇ ਕੋਲ ਵੀ ਕੋਈ ਮੇਨ ਪਾਵਰ ਨਹੀਂ ਸੀ। ਚਾਹੇ ਆਪਾਂ ਨੇ ਸੀਬੀਆਈ ਤੋਂ ਬਾਅਦ ਇਹ ਸੀਵੀਸੀ ਦਾ ਗਠਨ ਕੀਤਾ ਸੀਗਾ ਆਪਾਂ ਨੇ, ਪਰ ਮੇਨ ਕੋਈ ਇਹਦੇ ਵਿੱਚ ਇਹਦੇ ਕੋਲ ਐਕਚੁਅਲ ਪਾਵਰ ਨਹੀਂ ਸੀਗੀ। ਇਹ ਇੱਕ ਜਸਟ ਕੀ ਸੀ? ਐਡਵਾਈਜ਼ਰੀ ਬੋਡੀ ਸੀਗੀ। ਤਾਂ ਉਸ ਤੋਂ ਬਾਅਦ ਕੀ ਹੋਇਆ ਜੀ? ਸੀਵੀਸੀ ਤੋਂ ਬਾਅਦ ਆਪਾਂ ਨੇ ਦੇਖਿਆ ਕਿ ਜਿਹੜਾ ਲੋਕਪਾਲ ਔਰ ਲੋਕਯੁਕਤਾ ਐਕਟ 2013 ਹੈ ਜਿਹੜਾ ਨਿਊਜ਼ ਦੇ ਵਿੱਚ ਆਇਆ। ਆਪਾਂ ਨੂੰ ਪਤਾ ਹੈ ਕਿ ਬਹੁਤ ਟਾਈਮ ਤੋਂ ਇਹਦੇ ਬਾਰੇ ਗੱਲ ਚੱਲ ਰਹੀ ਸੀਗੀ ਕਿ ਇੱਕ ਲੋਕਪਾਲ ਹੋਣਾ ਚਾਹੀਦਾ। ਤਾਂ ਫਾਈਨਲੀ ਅੰਨਾ ਹਜ਼ਾਰੇ ਜੀ ਦੇ ਪ੍ਰੋਟੈਸਟ ਦੇ ਨਾਲ ਆਪਾਂ ਨੇ ਦੇਖਿਆ ਸੀ ਉਹ ਫਾਸਟ ਐਂਡ ਟੂ ਡੈਥ ਤੇ ਬੈਠੇ ਸੀਗੇ। ਉਸ ਤੋਂ ਬਾਅਦ ਇਹ 2013 ਦੇ ਵਿੱਚ ਲੋਕਪਾਲ ਔਰ ਲੋਕਯੁਕਤਾ ਐਕਟ ਹੈ ਜਿਹੜਾ ਇੰਡੀਆ ਦੇ ਵਿੱਚ ਆਇਆ ਸੀਗਾ। ਔਰ ਇਹ ਵੀ ਕੀ ਸੀਗਾ ਜੀ? ਇਹ ਵੀ ਇੱਕ ਕਰਪਸ਼ਨ ਨਾਲ ਰਿਲੇਟਡ ਸੀਗਾ ਕਿ ਜਿਹੜੇ ਆਫੀਸਰਸ ਨੇ ਜਾਂ ਫਿਰ ਕੋਈ ਪੀਐਮ ਵੀ ਇਹਦੇ ਵਿੱਚ ਇਨਕਲੂਡ ਹੁੰਦੇ ਨੇ ਕਿ ਅਗਰ ਪੀਐਮ ਕਿਸੇ ਤਰੀਕੇ ਦੇ ਕੋਈ ਕਰਪਸ਼ਨ ਜਾਂ ਕੁਝ ਹੋਰ ਕੇਸਿਸ ਦੇ ਵਿੱਚ ਉਹਨਾਂ ਦਾ ਹੱਥ ਆਉਂਦਾ, ਤਾਂ ਜਿਹੜੀ ਲੋਕਪਾਲ ਜਾਂ ਲੋਕਯੁਕਤਾ ਜਿਹੜੀ ਬੋਡੀ ਹੋਏਗੀ ਉਹ ਇੱਥੇ ਤੱਕ ਕੀ ਕਰ ਸਕਦੀ ਹੈ? ਇਨਵੈਸਟੀਗੇਟ ਕਰ ਸਕਦੀ ਹੈ। ਠੀਕ ਹੈ ਜੀ, ਤਾਂ ਲੋਕਪਾਲ ਯੂਨੀਅਨ ਲੈਵਲ ਦੇ ਉੱਪਰ ਕਿਹਾ ਜਾਂਦਾ ਜੀ, ਲੋਕਯੁਕਤਾ ਸਟੇਟ ਲੈਵਲ ਤੇ ਵਰਡ ਨੂੰ ਯੂਜ਼ ਕੀਤਾ ਜਾਂਦਾ। ਹੁਣ ਆਪਾਂ ਇਹਨੂੰ ਦੇਖਦੇ ਹਾਂ ਜੀ ਲੋਕਪਾਲ ਤੇ ਲੋਕਯੁਕਤਾ ਨੂੰ। ਦੇਖੋ ਜੀ ਲੋਕਪਾਲ ਔਰ ਲੋਕਯੁਕਤਾ ਜਿਹੜਾ ਸੀਗਾ 2013 ਦੇ ਵਿੱਚ ਐਕਟ ਪਾਸ ਹੋਇਆ ਸੀ ਔਰ 2014 ਦੇ ਵਿੱਚ ਫਾਈਨਲੀ ਕੀ ਹੋਇਆ ਸੀਗਾ ਜੀ? ਲੋਕਪਾਲ ਬਣ ਕੇ ਸਾਹਮਣੇ ਆ ਗਿਆ ਸੀਗਾ। ਠੀਕ ਹੈ ਜੀ, ਤਾਂ ਜਿਹੜੇ ਆਪਣੇ ਫਸਟ ਲੋਕਪਾਲ ਸੀਗੇ ਉਹ ਕਿਹੜੇ ਸੀਗੇ ਜੀ? ਪੀਸੀ ਘੋਸ਼ ਸੀਗੇ। ਤਾਂ ਇਹ ਕੀ ਹੈ ਜੀ ਲੋਕਪਾਲ? ਕਿਉਂਕਿ ਇੱਕ ਪਾਰਲੀਮੈਂਟ ਦੇ ਵਿੱਚ ਐਕਟ ਦੇ ਥਰੂ ਪਾਸ ਹੋ ਕੇ ਕਨਸਟੀਟਿਊਸ਼ਨ ਦੇ ਵਿੱਚ ਬੋਡੀ ਪਾਈ ਗਈ ਹੈ, ਤਾਂ ਇਹ ਕੀ ਹੈ ਜੀ? ਆਪਣੇ ਪਾਸ ਇੱਕ ਸਟੈਚੂਟਰੀ ਬੋਡੀ ਹੈ। ਤਾਂ ਧਿਆਨ ਰੱਖਿਓ, ਆਪਾਂ ਨੇ ਕੀ ਦੇਖਿਆ ਕਿ ਸੀਬੀਆਈ ਇੱਕ ਸਟੈਚੂਟਰੀ ਬੋਡੀ ਨਹੀਂ ਹੈਗੀ, ਸੀਵੀਸੀ ਇੱਕ ਸਟੈਚੂਟਰੀ ਬੋਡੀ ਹੈ, ਤੇ ਲੋਕਪਾਲ ਕੀ ਹੈ ਜੀ? ਆਪਣੇ ਪਾਸ ਉਹ ਵੀ ਇੱਕ ਸਟੈਚੂਟਰੀ ਬੋਡੀ ਹੈ। ਠੀਕ ਹੈ ਜੀ, ਹੁਣ ਅੱਗੇ ਦੇਖਦੇ ਹਾਂ ਜੀ ਇਹਦੇ ਬਾਰੇ। ਦੇਖੋ ਜੀ ਹੁਣ ਕੀ ਲਿਖਿਆ ਜੀ ਕਿ ਜਿਹੜਾ ਅੰਬਰਟਸਮੈਨ ਦਾ ਕਨਸੈਪਟ ਹੈ, ਸਭ ਤੋਂ ਪਹਿਲਾਂ 1960 ਦੇ ਵਿੱਚ ਕੌਣ ਲੈ ਕੇ ਆਏ ਸੀ ਜੀ? ਅਸ਼ੋਕ ਕੁਮਾਰ ਲੈ ਕੇ ਆਏ ਸੀਗੇ। ਠੀਕ ਹੈ ਜੀ, ਲਿਖਿਆ ਹੋਇਆ ਅਸ਼ੋਕ ਕੁਮਾਰ ਜੀ ਲੈ ਕੇ ਆਏ ਸੀਗੇ। ਵੇਟ ਪਲੀਜ਼,
ਅਸ਼ੋਕ ਕੁਮਾਰ ਜੀ ਲੈ ਕੇ ਆਏ ਸੀਗੇ ਜੀ, ਠੀਕ ਹੈ ਜੀ 1960 ਦੇ ਵਿੱਚ। ਸਭ ਤੋਂ ਪਹਿਲਾਂ ਦੇਖੋ ਅੰਬੈਡਸਮੈਨ ਕੀ ਹੈ ਤੇ ਲੋਕਪਾਲ, ਅੰਬੈਡਸਮੈਨ ਕੀ ਕਿੱਥੋਂ ਆ ਗਿਆ ਲੋਕਪਾਲ ਦੇ ਵਿੱਚ, ਤਾਂ ਜਿਹੜਾ ਇਹ ਅੰਬੈਡਸਮੈਨ ਹੈ ਇਹੀ ਐਕਚੁਅਲ ਦੇ ਵਿੱਚ ਲੋਕਪਾਲ ਹੈ, ਠੀਕ ਹੈ। ਮਤਲਬ ਸਭ ਤੋਂ ਪਹਿਲਾਂ ਅੰਬੈਡਸਮੈਨ ਦਾ ਜਿਹੜਾ ਕਨਸੈਪਟ ਹੈ ਸਵੀਡਨ ਨੇ 1809 ਦੇ ਵਿੱਚ ਸ਼ੁਰੂ ਕੀਤਾ ਸੀਗਾ। ਪਰ ਇੱਕ ਅੰਬੈਡਸਮੈਨ ਕੀ ਹੈ ਕਿ ਇੰਗਲਿਸ਼ ਦਾ ਵਰਡ ਹੈ, ਤਾਂ ਇਹਨੂੰ ਇੰਡੀਆ ਦੇ ਵਿੱਚ ਲਿਆ ਕੇ ਅੰਬੈਡਸਮੈਨ ਨੂੰ ਚੇਂਜ ਕਰਕੇ ਨਾਮ ਕੀ ਰੱਖਿਆ ਗਿਆ ਜੀ, ਲੋਕਪਾਲ ਰੱਖਿਆ ਗਿਆ, ਠੀਕ ਹੈ ਜੀ। ਤਾਂ ਮਤਲਬ ਸਭ ਤੋਂ ਪਹਿਲਾਂ ਜਿਹੜੀ ਇਹ ਚੀਜ਼ ਨੂੰ ਇੰਟਰੋਡਿਊਸ ਕੀਤਾ ਗਿਆ ਸੀਗਾ ਲੋਕਪਾਲ ਨੂੰ ਜਾਂ ਅੰਬੈਡਸਮੈਨ ਨੂੰ, ਉਹ 1960 ਦੇ ਵਿੱਚ ਇਹਦੀ ਗੱਲ ਹੋਈ ਸੀਗੀ। ਕਿਹਦੇ ਦੁਆਰਾ ਗੱਲ ਹੋਈ ਸੀਗੀ? ਅਸ਼ੋਕ ਕੁਮਾਰ ਸੇਨ ਨੇ ਦੀ ਗੱਲ ਕੀਤੀ ਸੀਗੀ। ਕਿਉਂਕਿ ਅੰਬੈਡਸਮੈਨ ਇੱਕ ਇੰਗਲਿਸ਼ ਵਰਡ ਹੈ, ਤਾਂ ਇੰਡੀਆ ਦੇ ਵਿੱਚ ਜਿਹੜਾ ਇਹ ਲੋਕਪਾਲ ਤੇ ਲੋਕਯੁਕਤਾ ਜਿਹੜਾ ਵਰਡ ਹੈ ਕੁਆਇਨ ਕਿਹਨੇ ਕੀਤਾ ਸੀਗਾ? ਡਾਕਟਰ LM ਸਿੰਘਵੀ ਨੇ ਕੀ ਕੀਤਾ ਸੀਗਾ ਜੀ, ਇਹ ਜਿਹੜਾ ਵਰਡ ਹੈ ਜੋ ਟਰਮ ਹੈ ਇਹ ਕੁਆਇਨ ਕੀਤੀ ਸੀ, ਇਹ ਵੀ ਤੁਸੀਂ ਯਾਦ ਰੱਖਣਾ। ਤਾਂ 2013 ਦੇ ਵਿੱਚ ਜਿੱਦਾਂ ਹੀ ਐਕਟ ਆਇਆ ਜੀ, ਉਸ ਤੋਂ ਬਾਅਦ 1 ਜਨਵਰੀ 2014 ਨੂੰ ਪ੍ਰੈਜ਼ੀਡੈਂਟ ਨੇ ਇਹਨੂੰ ਕੀ ਦੇਤੀ ਜੀ, ਅਪਰੂਵਲ ਦੇਤੀ, ਔਰ 16 ਜਨਵਰੀ 2014 ਤੋਂ ਜਿਹੜਾ ਆਪਣਾ ਲੋਕਪਾਲ ਲੋਕਯੁਕਤਾ ਐਕਟ ਹੈ ਜਿਹੜਾ ਐਨਫੋਰਸ ਦੇ ਵਿੱਚ ਆ ਗਿਆ, ਠੀਕ ਹੈ ਜੀ। ਇਹ ਤਾਂ ਸੀਗੀਆਂ ਸਿੰਪਲ ਜੀਆਂ ਗੱਲਾਂ ਕਿ ਲੋਕਪਾਲ ਆਪਾਂ ਨੇ ਹਿਸਟਰੀ ਦੇਖੀ ਕਿ ਕਿੱਦਾਂ ਬਣਿਆ ਕਿਵੇਂ ਨਹੀਂ। ਹੁਣ ਆਪਾਂ ਦੇਖਦੇ ਹਾਂ ਕਿ ਲੋਕਪਾਲ ਦਾ ਸਟਰਕਚਰ ਕਿਵੇਂ ਆ। ਦੇਖੋ ਲੋਕਪਾਲ ਕੀ ਹੈ ਜੀ, ਇੱਕ ਮਲਟੀ ਮੈਂਬਰ ਹੀ ਬੋਡੀ ਹੈ, ਜਿਹਦੇ ਵਿੱਚ ਟੋਟਲ ਕਿੰਨੇ ਹੋਣਗੇ? 8 ਮੈਂਬਰ ਹੋਣਗੇ, ਜਿਹਦੇ ਵਿੱਚ ਇੱਕ ਚੇਅਰਮੈਨ ਹੋਏਗਾ ਤੇ 8 ਮੈਂਬਰ ਹੋਣਗੇ। ਜਿਹੜੇ 8 ਮੈਂਬਰ ਹੋਣਗੇ ਉਹਦੇ ਵਿੱਚੋਂ ਕੀ ਹੋਊਗਾ ਜੀ, 50% ਤਾਂ ਕੀ ਹੋਣਗੇ ਜੀ, ਜੁਡੀਸ਼ਰੀ ਦੇ ਮੈਂਬਰ ਹੋਣਗੇ। ਇੱਕ ਇਹ ਚੀਜ਼ ਯਾਦ ਰੱਖਿਓ, 50% ਤਾਂ ਜੁਡੀਸ਼ਰੀ ਦੇ ਮੈਂਬਰ ਹੋਣਗੇ ਤੇ ਜਿਹੜੇ ਬਾਕੀ 50% ਰਹਿ ਜਾਣਗੇ ਉਹ ਆਪਣੇ ਪਾਸ SC OBC ਮਤਲਬ ਇੱਦਾਂ ਬੈਕਵਰਡ ਕਲਾਸਿਸ ਤੋਂ ਕੀ ਹੋਣਗੇ ਜੀ, ਹਾਫ ਜਿਹੜੇ ਮੈਂਬਰ ਨੇ SC OBC ਦੇ ਕੀ ਹੋਣਗੇ ਜੀ, ਮੈਂਬਰ ਹੋਣਗੇ ਔਰ ਵਿਮਨ ਹੋਣਗੇ। ਤਾਂ ਮਤਲਬ ਇਹਦੀ ਕੰਪੋਜੀਸ਼ਨ ਕੀ ਹੈ ਜੀ, ਇੱਕ ਚੇਅਰਮੈਨ ਹੋਏਗਾ, 8 ਮੈਂਬਰ ਹੋਣਗੇ, ਔਰ ਫਸਟ ਜਿਹੜਾ ਆਪਾਂ ਨੇ ਦੇਖਿਆ ਸੀਗਾ ਲੋਕਪਾਲ ਕੌਣ ਸੀਗੇ ਜੀ, PC ਘੋਸ਼ ਸੀਗੇ। ਤੇ ਟੋਟਲ 8 ਮੈਂਬਰ ਹੋਣਗੇ, ਜਿਹਦੇ ਵਿੱਚੋਂ 50% ਜੁਡੀਸ਼ਰੀ ਦੇ ਮੈਂਬਰ ਹੋਣਗੇ ਤੇ 50% ਦੂਸਰੇ ਕਿਹੜੇ ਹੋਣਗੇ, SC ST OBC ਐਂਡ ਵਿਮਨ ਤੋਂ ਹੋਣਗੇ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਜਿਹੜਾ ਲੋਕਪਾਲ ਦਾ ਜਿਹੜਾ ਚੇਅਰਮੈਨ ਹੋਊਗਾ ਉਹਦਾ ਜਿਹੜਾ ਟੈਨਿਓਰ ਕਿੰਨਾ ਹੋਏਗਾ, 5 ਈਅਰ ਜਾਂ ਫਿਰ ਕੀ ਹੋਏਗਾ 70 ਸਾਲ। ਮਤਲਬ ਦੋਨਾਂ ਵਿੱਚੋਂ ਜਿਹੜਾ ਪਹਿਲਾਂ ਕੰਪਲੀਟ ਹੋ ਜਾਏਗਾ ਉਹ ਕੀ ਹੋਏਗਾ ਜੀ, ਉਹਦਾ ਟੈਨਿਓਰ ਹੋਏਗਾ। ਅਗਰ ਲਾਈਕ ਕਿਸੇ ਦੀ ਏਜ ਆ ਜਿਹੜੀ 67 ਈਅਰ ਹੈ, ਠੀਕ ਹੈ ਜੀ, ਜਿਹੜਾ ਲੋਕਪਾਲ ਦਾ ਚੇਅਰਮੈਨ ਹੈ ਉਹਦੀ ਏਜ 67 ਈਅਰ ਹੈ, ਤਾਂ ਉਹ ਜਦੋਂ ਉਹਦੀ ਏਜ 70 ਸਾਲ ਕੰਪਲੀਟ ਹੋ ਜਾਏਗੀ ਉਦੋਂ ਉਹਦਾ ਜਿਹੜਾ ਟੈਨਿਓਰ ਹੈ ਖਤਮ ਹੋ ਜਾਏਗਾ। ਜਾਂ ਫਿਰ ਇਹ ਲਗਾ ਲਓ ਕਿ ਅਗਰ ਕਿਸੇ ਦੀ ਏਜ ਹੈ ਜਿਹੜੀ 60 ਹੈ, ਠੀਕ ਹੈ ਜੀ, ਤਾਂ ਜਦੋਂ ਉਹਦੇ 5 ਸਾਲ ਪੂਰੇ ਹੋਣਗੇ ਮਤਲਬ 65 ਦੇ ਵਿੱਚ ਉਹਦਾ ਜਿਹੜਾ ਟੈਨਿਓਰ ਹੈ ਖਤਮ ਹੋ ਜਾਏਗਾ। ਮਤਲਬ ਦੋਨਾਂ ਦੇ ਵਿੱਚੋਂ ਜਿਹੜੀ ਕੰਡੀਸ਼ਨ ਪਹਿਲਾਂ ਫੁੱਲਫਿਲ ਹੋ ਜਾਏਗੀ ਉਹ ਕੀ ਹੋਏਗਾ ਜੀ, ਉਹਦਾ ਟੈਨਿਓਰ ਹੋਏਗਾ। ਤੇ ਬਾਕੀ ਜਿਹੜੇ ਮੈਂਬਰ ਹੋਣਗੇ ਕਿੱਦਾਂ ਅਪਾਇੰਟ ਕੀਤੇ ਜਾਣਗੇ, ਪ੍ਰੈਜ਼ੀਡੈਂਟ ਦੇ ਦੁਆਰਾ ਅਪਾਇੰਟ ਕੀਤੇ ਜਾਣਗੇ ਔਨ ਅ ਸਿਲੈਕਸ਼ਨ ਕਮੇਟੀ ਦੇ ਉੱਪਰ। ਤਾਂ ਦੇਖਿਏ ਜੀ ਪਹਿਲਾਂ CBI ਬਣਿਆ, ਇਹ ਵੀ ਕੀ ਸੀ, ਕਿ ਕਰਪਸ਼ਨ ਨਾਲ ਰਿਲੇਟਡ ਬੋਡੀ ਸੀਗੀ, ਜਿਹੜੇ ਕੇਸਿਸ ਨੂੰ ਇਨਵੈਸਟੀਗੇਟ ਕਰਨੇ ਸੀਗੇ। ਪਰ ਇਹਦੇ ਵਿੱਚ ਦੇਖਿਆ ਹੈ ਕਿ ਇਹ ਪ੍ਰੋਪਰ ਵੇ ਦੇ ਨਾਲ ਕੰਮ ਨਹੀਂ ਕਰ ਪਾਈ, ਤਾਂ ਉਸ ਤੋਂ ਬਾਅਦ CVC ਦਾ ਗਠਨ ਕੀਤਾ ਗਿਆ। ਤਾਂ CVC ਜਦੋਂ ਬਣਾਇਆ ਗਿਆ, ਇਹ ਵੀ ਕੀ ਸੀਗੀ ਜੀ, ਆਪਣੇ ਪਾਸ ਆਪਾਂ ਦੇਖਿਆ ਕਿ ਇਹਦੇ ਕੋਲ ਕੋਈ ਐਕਚੁਅਲ ਪਾਵਰ ਨਹੀਂ ਸੀ, ਕਿ ਐਡਵਾਈਜ਼ਰੀ ਬੋਡੀ ਸੀਗੀ, ਇਹ CBI ਨੂੰ ਡਾਇਰੈਕਟ ਕਰਦੀ ਸੀਗੀ। ਤਾਂ ਉਸ ਤੋਂ ਬਾਅਦ ਜ਼ਰੂਰਤ ਫੀਲ ਹੋਈ ਕਿ ਆਪਾਂ ਨੂੰ ਕਿਹਦੀ ਜ਼ਰੂਰਤ ਹੈ, ਲੋਕਪਾਲ ਦੀ ਜ਼ਰੂਰਤ ਹੈ। ਤਾਂ 2013 ਦੇ ਵਿੱਚ ਲੋਕਪਾਲ ਤੇ ਲੋਕਯੁਕਤਾ ਐਕਟ ਪਾਸ ਹੋਇਆ ਤੇ ਪਹਿਲੀ ਸਟੇਟ ਜਿਹਨੇ ਜਿਹੜਾ ਲੋਕਪਾਲ ਸੀਗਾ ਐਕਟ ਸੀਗਾ ਇੰਪਲੀਮੈਂਟ ਕੀਤਾ ਜੀ, ਉਹ ਕਿਹੜੀ ਸੀਗੀ, ਉਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ, ਇੱਥੇ ਮੈਂ ਨਹੀਂ ਦੱਸਾਂਗੀ ਤੁਹਾਨੂੰ, ਠੀਕ ਹੈ ਜੀ। ਤਾਂ ਇਹ ਸੀਗਾ ਜੀ ਆਪਣਾ ਲੋਕਪਾਲ, CVC ਔਰ CBI। ਤਾਂ ਹੁਣ ਆਪਣੀ ਨਿਊਜ਼ ਕੀ ਸੀਗਾ, ਆਪਣੀ ਨਿਊਜ਼ ਕੀ ਸੀਗੀ, CBI ਤੇ CVC ਦੇ ਜਿਹੜੇ ਡਾਇਰੈਕਟਰ ਦਾ ਜਿਹੜਾ ਕਾਰਜਕਾਲ ਹੈ ਜਾਂ ਟੈਨਿਓਰ ਹੈ ਉਹ ਮੈਕਸਿਮਮ 5 ਸਾਲ ਤੱਕ ਕੀ ਕਰ ਦਿੱਤਾ ਗਿਆ ਹੈ, ਐਕਸਟੈਂਡ ਕੀਤਾ ਜਾ ਸਕਦਾ ਹੈ, ਠੀਕ ਹੈ ਜੀ। ਹੁਣ ਆਪਾਂ ਚੱਲਦੇ ਹਾਂ ਜੀ ਆਪਣੀ ਨੈਕਸਟ ਨਿਊਜ਼ ਤੇ। ਆਂਧਰਾ ਪ੍ਰਦੇਸ਼ ਅਸੈਂਬਲੀ ਨੇ ਜੀ ਆਪਣਾ ਜਿਹੜਾ ਬਿੱਲ ਹੈ ਰਿਪੀਲ ਕਰਤਾ। 3 ਜਿਹੜੀਆਂ ਕੈਪੀਟਲਸ ਨੇ ਉਹਨਾਂ ਨੇ ਫਾਰਮ ਕਰਨ ਦੇ ਲਈ ਸੋਚਿਆ ਸੀਗਾ, ਠੀਕ ਹੈ ਜੀ। ਤਾਂ ਦੇਖੋ ਜੀ ਆਂਧਰਾ ਪ੍ਰਦੇਸ਼ ਦੀ ਜਿਹੜੀ ਗਵਰਨਮੈਂਟ ਹੈ ਉਹ ਕੀ ਕਰ ਰਹੀ ਸੀ, ਇਹ ਡਿਸਾਈਡ ਕਰ ਰਹੀ ਸੀਗੀ ਕਿ ਉਹ 3 ਕੈਪੀਟਲ ਹੈ ਜਿਹੜੀ ਫਾਰਮ ਕਰੇਗੀ ਆਪਣੀ ਸਟੇਟ ਦੀ। ਇੱਕ ਹੋਏਗੀ ਜੀ ਆਪਣੇ ਪਾਸ ਐਗਜ਼ੀਕਿਊਟਿਵ ਕੈਪੀਟਲ, ਦੂਸਰੀ ਹੋਏਗੀ ਲੈਜਿਸਲੇਟਿਵ ਕੈਪੀਟਲ ਔਰ ਤੀਸਰੀ ਹੋਏਗੀ ਜੁਡੀਸ਼ੀਅਲ ਕੈਪੀਟਲ, ਠੀਕ ਹੈ ਜੀ। ਤਾਂ ਇਹ ਕਿਹੜੀਆਂ ਹੋਣਗੀਆਂ ਜੀ, ਵਿਸ਼ਾਖਾਪਟਨਮ ਹੋਏਗੀ ਐਗਜ਼ੀਕਿਊਟਿਵ, ਠੀਕ ਹੈ, ਅਮਰਾਵਤੀ ਹੋਏਗੀ ਲੈਜਿਸਲੇਟਿਵ ਔਰ ਕਰਨੂਲ ਹੋਏਗੀ ਜੁਡੀਸ਼ੀਅਲ ਕੈਪੀਟਲ, ਠੀਕ ਹੈ ਜੀ। ਤਾਂ ਇਹ ਵਾਲਾ ਜਿਹੜਾ ਬਿੱਲ ਹੈ ਆਂਧਰਾ ਪ੍ਰਦੇਸ਼ ਦੀ ਗਵਰਨਮੈਂਟ ਨੇ ਕੀ ਕਰਤਾ ਹੈ ਜੀ, ਰਿਪੀਲ ਕਰਤਾ ਹੈ, ਰੱਦ ਕਰਤਾ ਹੈ। ਤਾਂ ਹੁਣ ਦੇਖੋ ਜੀ ਚਲੋ ਇਹ ਨਿਊਜ਼ ਦੇ ਵਿੱਚ ਆਇਆ ਹੈ, ਤਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀ ਆਪਣੀ ਇੰਡੀਆ ਦੇ ਵਿੱਚ ਕਿਹੜੀਆਂ ਸਟੇਟਸ ਨੇ ਜਿਨ੍ਹਾਂ ਦੀ ਜਿਹੜੀ ਕੈਪੀਟਲ ਹੈ ਮੋਰ ਦੈਨ 1 ਹੈ, ਠੀਕ ਹੈ ਜੀ। ਤਾਂ ਕਿਹੜੀਆਂ ਸਟੇਟਸ ਨੇ ਜੀ, ਉਹ ਇੱਕ ਤਾਂ ਆਪਣੇ ਪਾਸ ਹੈਗੀ ਹੈ ਜੀ ਹਿਮਾਚਲ ਪ੍ਰਦੇਸ਼। ਆਪਾਂ ਨੂੰ ਪਤਾ ਹੈ ਹਿਮਾਚਲ ਪ੍ਰਦੇਸ਼ ਦੀ ਜਿਹੜੀ ਕੈਪੀਟਲ ਹੈ ਇੱਕ ਸ਼ਿਮਲਾ ਹੈ ਔਰ ਦੂਸਰੀ ਕਿਹੜੀ ਹੈ, ਧਰਮਸ਼ਾਲਾ ਹੈ, ਠੀਕ ਹੈ ਜੀ। ਇੱਕ ਦੂਸਰੀ ਸਟੇਟ ਆਪਣੇ ਪਾਸ ਕਿਹੜੀ ਹੈਗੀ ਹੈ ਜੀ, ਉੱਤਰਾਖੰਡ ਦੀਆਂ ਵੀ 2 ਕੈਪੀਟਲਸ ਨੇ, ਇੱਕ ਹੈਗੀ ਹੈ ਜੀ ਆਪਣੇ ਪਾਸ ਦੇਹਰਾਦੂਨ, ਦੂਸਰੀ ਕਿਹੜੀ ਹੈ ਜੀ, ਧਰਾਸਾਨਾ, ਠੀਕ ਹੈ ਜੀ। ਔਰ ਤੀਸਰੀ ਸਟੇਟ ਆਪਣੇ ਪਾਸ ਹੈਗੀ ਹੈ ਜੀ ਕਿਹੜੀ ਹੈ,
महाराष्ट्र दी भी अपने पास की ने जी दो कैपिटल्स ने, एक हैगी है मुंबई और दूसरी हैगी है नागपुर। ਤਾਂ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਨਿਊਜ਼ ਦੇ ਵਿੱਚ ਆਇਆ ਹੈ ਕਿ ਕਿਹੜੀਆਂ-ਕਿਹੜੀਆਂ ਸਟੇਟਸ ਨੇ ਜਿਹਦੀਆਂ ਕੀ ਨੇ ਇੱਕ ਤੋਂ ਜ਼ਿਆਦਾ ਕੈਪੀਟਲਸ ਨੇ। ਤਾਂ ਐਟ ਪ੍ਰੈਜ਼ੈਂਟ ਅਗਰ ਆਪਾਂ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਟੋਟਲ ਕਿੰਨੀਆਂ 28 ਸਟੇਟਸ ਨੇ ਜੀ ਔਰ 8 ਕੀ ਨੇ ਆਪਣੇ ਪਾਸ ਯੂਟੀਜ਼ ਨੇ। ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ ਕਿ ਜਿਹੜੀਆਂ 8 ਯੂਟੀਜ਼ ਕਿਹੜੀਆਂ-ਕਿਹੜੀਆਂ ਨੇ। ਔਰ ਰੀਸੈਂਟ ਇੱਕ ਯੂਟੀ ਕੀ ਹੋਈ ਹੈ ਜੀ, ਦੋ ਯੂਟੀਜ਼ ਨੂੰ ਮਰਜ ਕਰਕੇ ਇੱਕ ਯੂਟੀ ਬਣਾ ਦਿੱਤੀ ਗਈ ਹੈ। ਤਾਂ ਤੁਸੀਂ ਉਹ ਵੀ ਕੀ ਕਰੋਗੇ ਜੀ, ਮੈਂਸ਼ਨ ਕਰੋਗੇ। ਠੀਕ ਹੈ ਜੀ, ਤਾਂ ਇਹ ਸੀਗਾ ਜੀ ਆਪਣਾ ਨੈਕਸਟ। ਉਸ ਤੋਂ ਬਾਅਦ ਨੈਕਸਟ ਆਪਣੀ ਨਿਊਜ਼ ਹੈਗੀ ਹੈ ਜੀ ਪੰਚਾਇਤ ਐਕਸਟੈਂਸ਼ਨ ਟੂ ਸ਼ੈਡਿਊਲ ਏਰੀਆਜ਼ ਐਕਟ, ਜਾਂ ਜਿਹਨੂੰ ਆਪਾਂ ਪੇਸਾ ਐਕਟ ਵੀ ਬੋਲਦੇ ਨੇ 1996। ਦੇਖੋ ਜੀ ਜਿਹੜਾ ਇਹ ਐਕਟ ਹੈ, ਪਹਿਲੀ ਗੱਲ ਤਾਂ ਇਹ ਨਿਊਜ਼ ਦੇ ਵਿੱਚ ਕਿਉਂ ਆਇਆ ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ। ਜਿਹੜਾ ਇਹ ਐਕਟ ਹੈ ਇਹਦੇ 25 ਈਅਰਸ ਕੀ ਹੋ ਗਏ ਨੇ, ਕੰਪਲੀਟ ਹੋ ਗਏ ਨੇ ਜਦੋਂ ਤੋਂ ਇਹ ਇਨੈਕਟ ਹੋਇਆ ਸੀਗਾ। ਠੀਕ ਹੈ ਜੀ, ਤਾਂ ਇਹਨੂੰ ਐਜ਼ ਅ ਪਾਰਟ ਰੱਖਿਆ ਗਿਆ ਜੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ। ਠੀਕ ਹੈ ਜੀ, ਇਹ ਚੀਜ਼ ਧਿਆਨ ਰੱਖਿਓ। ਹੁਣ ਦੇਖੋ ਜੀ ਜਿਹੜਾ ਪੇਸਾ ਐਕਟ ਹੈ, ਜਿਹੜਾ ਪੈਸਾ ਐਕਟ ਹੈ ਇਹਦੇ ਥਰੂ ਕੀ ਹੁੰਦੀ ਹੈ ਜੀ, ਇੱਕ ਗ੍ਰਾਮ ਸਭਾ ਬਣਦੀ ਹੈ। ਠੀਕ ਹੈ ਜੀ, ਜਿਹੜੇ ਆਪਣੇ ਸ਼ੈਡਿਊਲ ਏਰੀਆਜ਼ ਨੇ ਉਹਨਾਂ ਦੇ ਵਿੱਚ ਗ੍ਰਾਮ ਸਭਾ ਬਣਦੀ ਹੈ ਔਰ ਇਹ ਗ੍ਰਾਮ ਸਭਾ ਕੀ ਕਰਦੀ ਹੈ, ਓਵਰਆਲ ਸਾਰਾ ਕੁਝ ਦੇਖਦੀ ਹੈ ਔਰ ਸਟੇਟ ਗਵਰਨਮੈਂਟ ਨੂੰ ਰਿਕਮੈਂਡ ਕਰਦੀ ਹੈ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਇਸ ਏਰੀਆ ਦੇ ਵਿੱਚ ਕੀ ਹੋਣੀਆਂ ਚਾਹੀਦੀਆਂ ਨੇ, ਇੰਪਲੀਮੈਂਟ ਹੋਣੀਆਂ ਚਾਹੀਦੀਆਂ ਨੇ, ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਸੁਧਾਰ ਕਰਨ ਦੀ ਜ਼ਰੂਰਤ ਹੈ ਜਾਂ ਕਿੱਦਾਂ। ਠੀਕ ਹੈ ਜੀ, ਇਹ ਸਾਰਾ ਕੁਝ ਸਟੇਟ ਗਵਰਨਮੈਂਟ ਨੂੰ ਕੀ ਕਰਦੀ ਹੈ, ਇਹ ਬੋਡੀ ਹੈ ਜਿਹੜੀ ਮਤਲਬ ਡਾਇਰੈਕਟ ਕਰਦੀ ਹੈ ਜਾਂ ਐਡਵਾਈਜ਼ਰੀ ਬੋਡੀ ਹੈ। ਠੀਕ ਹੈ ਜੀ, ਔਰ ਜਿਹੜਾ ਪੇਸਾ ਐਕਟ ਹੈ ਉਹ ਕਿਹੜੀ ਮਿਨਿਸਟਰੀ ਦੇ ਅੰਡਰ ਹੀ ਹੋਇਆ ਜੀ, ਇਨੈਕਟ ਹੋਇਆ, ਮਿਨਿਸਟਰੀ ਆਫ ਪੰਚਾਇਤੀ ਰਾਜ ਕੀ ਹੈ ਜੀ ਇਹਦੀ ਮੇਨ ਨੋਡਲ ਏਜੰਸੀ ਹੈ। ਠੀਕ ਹੈ, ਮਿਨਿਸਟਰੀ ਹੈ ਸੌਰੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਇਹਦੇ ਵਿੱਚ ਹੁਣ ਇੱਕ ਹੋਰ ਚੀਜ਼ ਵੀ ਡਿਫਾਈਨਡ ਕੀਤੀ ਹੋਈ ਹੈ ਕਿ ਜਿਹੜਾ ਆਰਟੀਕਲ 243M ਹੈ, ਠੀਕ ਹੈ ਜੀ, ਉਹ ਕੀ ਕਰ ਰਿਹਾ ਜੀ, ਕਨਸਟੀਟਿਊਸ਼ਨ ਨੂੰ ਐਗਜ਼ੈਂਪਟ ਕਰ ਰਿਹਾ 5th ਸ਼ੈਡਿਊਲ ਏਰੀਆ ਫਰੋਮ ਪਾਰਟ 9। ਹੁਣ ਦੇਖੋ ਜੀ ਇਹਨੂੰ ਥੋੜਾ ਜਿਹਾ ਆਪਾਂ ਡਿਟੇਲ ਦੇ ਵਿੱਚ ਸਮਝਦੇ ਹਾਂ। ਆਪਾਂ ਨੂੰ ਪਤਾ ਹੈ ਕਿ ਜਿਹੜਾ 5th ਸ਼ੈਡਿਊਲ ਹੈ, 5th ਸ਼ੈਡਿਊਲ ਹੈ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ, ਉਹ ਸ਼ੈਡਿਊਲ ਟ੍ਰਾਈਬਲ ਏਰੀਆਜ਼ ਦੇ ਲਈ ਹੈ। ਠੀਕ ਹੈ ਜੀ, ਜਿੱਥੇ ਉਹਨਾਂ ਸਾਰੇ ਏਰੀਆਜ਼ ਦੇ ਵਿੱਚ ਜਿਹੜਾ ਆਪਣੀ ਕਨਸਟੀਟਿਊਸ਼ਨ ਦਾ 9th ਪਾਰਟ ਹੈ ਉਹ ਇੰਪਲੀਮੈਂਟ ਨਹੀਂ ਹੁੰਦਾ ਹੈਗਾ। ਠੀਕ ਹੈ ਜੀ, ਤਾਂ ਇਹ ਚੀਜ਼ ਯਾਦ ਰੱਖਿਓ ਕਿ ਜਿਹੜਾ ਆਪਣਾ 9th ਪਾਰਟ ਹੈ, ਮਤਲਬ ਜਿੱਥੇ ਪੰਚਾਇਤੀ ਰਾਜ ਹੈ, ਜਿਹਦੇ ਵਿੱਚ ਪੰਚਾਇਤ ਆਉਂਦੀ ਹੈ, ਉਹ 5th ਸ਼ੈਡਿਊਲ ਵਾਲੇ ਏਰੀਆ ਦੇ ਵਿੱਚ ਇੰਪਲੀਮੈਂਟ ਨਹੀਂ ਹੁੰਦਾ ਹੈਗਾ। ਤਾਂ 5th ਸ਼ੈਡਿਊਲ ਦੇ ਵਿੱਚ ਟੋਟਲ ਕਿੰਨੀਆਂ ਸਟੇਟਸ ਨੇ ਇਹ ਵੀ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਟੋਟਲ 10 ਸਟੇਟਸ ਨੇ ਜਿਨ੍ਹਾਂ ਦੇ ਉੱਪਰ ਜਿਹੜਾ ਇਹ ਪੰਚਾਇਤ ਹੈ ਇਹ ਇੰਪਲੀਮੈਂਟ ਨਹੀਂ ਹੁੰਦਾ ਹੈਗਾ। ਤਾਂ ਉਹਨਾਂ ਦੇ ਲਈ, ਉਹਨਾਂ ਏਰੀਆਜ਼ ਦੇ ਲਈ ਇੱਕ ਇੱਦਾਂ ਦੀ ਗ੍ਰਾਮ ਸਭਾ ਵਾਲੀ ਬੋਡੀ ਬਣਾਉਣ ਦੇ ਲਈ ਇਹ ਜਿਹੜਾ ਪੇਸਾ ਐਕਟ ਹੈ ਇਹ ਕੀ ਕੀਤਾ ਗਿਆ ਸੀਗਾ ਜੀ, ਬਣਾਇਆ ਗਿਆ ਸੀਗਾ। ਔਰ ਇਹ ਜਿਹੜੀ ਪੇਸਾ ਐਕਟ ਹੈ ਕਿਹੜੀ ਕਮੇਟੀ ਦੀ ਰਿਕਮੈਂਡੇਸ਼ਨ ਦੇ ਨਾਲ ਬਣਿਆ ਸੀਗਾ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਦਲੀਪ ਸਿੰਘ ਕਮੇਟੀ ਦੀ ਰਿਕਮੈਂਡੇਸ਼ਨ ਦੇ ਨਾਲ ਜਿਹੜਾ ਪੇਸਾ ਐਕਟ ਹੈ ਇਨੈਕਟ ਕੀਤਾ ਗਿਆ ਸੀਗਾ। ਠੀਕ ਹੈ ਜੀ, ਤਾਂ ਇਹ ਸੀਗਾ ਜੀ ਆਪਣਾ ਪੇਸਾ ਐਕਟ 1996। ਹੁਣ ਆਪਾਂ ਅੱਗੇ ਚੱਲਦੇ ਹਾਂ ਜੀ। 7th ਸ਼ੈਡਿਊਲ, ਦੇਖੋ ਜੀ 7th ਸ਼ੈਡਿਊਲ ਵੀ ਕੀ ਹੈ ਜੀ, ਨਿਊਜ਼ ਦੇ ਵਿੱਚ ਹੈ, ਤਾਂ ਇਹਦੇ ਬਾਰੇ ਵੀ ਆਪਾਂ ਨੂੰ ਥੋੜਾ ਪਤਾ ਹੋਣਾ ਚਾਹੀਦਾ। ਦੇਖੋ ਜੀ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਕਾਫੀ ਅਲੱਗ-ਅਲੱਗ ਸ਼ੈਡਿਊਲ ਨੇ, ਤਾਂ ਉਹਦੇ ਵਿੱਚ 7th ਸ਼ੈਡਿਊਲ ਦੇ ਵਿੱਚ ਆਪਣੇ ਪਾਸ ਕੀ ਹੈ ਜੀ, ਆਪਣੇ ਪਾਸ 3 ਲਿਸਟ ਨੇ। ਠੀਕ ਹੈ ਜੀ, ਸਭ ਨੂੰ ਪਤਾ ਹੈ ਕਿ 3 ਲਿਸਟ ਨੇ। ਕਿਹੜੀਆਂ-ਕਿਹੜੀਆਂ ਲਿਸਟ ਦੇ ਨੇਮ ਕੀ ਨੇ ਜੀ, ਇੱਕ ਯੂਨੀਅਨ ਲਿਸਟ ਹੈ, ਇੱਕ ਸਟੇਟ ਲਿਸਟ ਹੈ, ਇੱਕ ਆਪਣੇ ਪਾਸ ਕੀ ਹੈ ਜੀ, ਕੰਕਰੈਂਟ ਲਿਸਟ ਹੈ। ਤਾਂ ਇਹਨਾਂ ਲਿਸਟ ਦੇ ਵਿੱਚ ਕਿੰਨੇ ਸਬਜੈਕਟਸ ਨੇ ਇਹ ਵੀ ਆਪਾਂ ਨੂੰ ਪਤਾ ਹੋਣੇ ਚਾਹੀਦੇ ਨੇ। ਯੂਨੀਅਨ ਲਿਸਟ ਦੇ ਵਿੱਚ 100 ਸਬਜੈਕਟ ਨੇ, ਸਟੇਟ ਲਿਸਟ ਦੇ ਵਿੱਚ 61 ਸਬਜੈਕਟ ਨੇ ਤੇ ਕੰਕਰੈਂਟ ਲਿਸਟ ਦੇ ਵਿੱਚ 52 ਸਬਜੈਕਟ ਨੇ। ਹੁਣ ਦੇਖੋ ਯੂਨੀਅਨ ਲਿਸਟ ਕਿਹੜੀ ਲਿਸਟ ਹੁੰਦੀ ਹੈ, ਉਹ ਲਿਸਟ ਜਾਂ ਉਹ ਸਬਜੈਕਟ ਜਿਨ੍ਹਾਂ ਦੇ ਉੱਪਰ ਯੂਨੀਅਨ ਗਵਰਨਮੈਂਟ ਜਾਂ ਸੈਂਟਰ ਗਵਰਨਮੈਂਟ ਹੀ ਕੀ ਕਰ ਸਕਦੀ ਹੈ, ਲਾਅ ਬਣਾ ਸਕਦੀ ਹੈ, ਕਾਨੂੰਨ ਬਣਾ ਸਕਦੀ ਹੈ। ਐਦਾਂ ਹੀ ਸਟੇਟ ਲਿਸਟ ਦੇ ਵਿੱਚ ਉਹ ਸਾਰੇ ਸਬਜੈਕਟ ਆਉਂਦੇ ਨੇ ਜਿਨ੍ਹਾਂ ਸਬਜੈਕਟਸ ਦੇ ਉੱਪਰ ਸਿਰਫ ਸਟੇਟ ਗਵਰਨਮੈਂਟ ਹੀ ਕੀ ਬਣਾਏਗੀ ਜੀ, ਕਾਨੂੰਨ ਬਣਾਏਗੀ। ਔਰ ਕੰਕਰੈਂਟ ਲਿਸਟ ਇੱਕ ਐਦਾਂ ਦੀ ਲਿਸਟ ਹੁੰਦੀ ਹੈ ਕਿ ਜਿਹੜੇ ਸਬਜੈਕਟ ਕੰਕਰੈਂਟ ਲਿਸਟ ਦੇ ਵਿੱਚ ਹੋਣਗੇ ਉਹਨਾਂ ਦੇ ਉੱਪਰ ਸਟੇਟ ਗਵਰਨਮੈਂਟ ਪਲੱਸ ਸੈਂਟਰ ਗਵਰਨਮੈਂਟ ਦੋਨੋਂ ਮਿਲ ਕੇ ਕੀ ਕਰਦੀਆਂ ਨੇ ਜੀ, ਆਪਣੇ ਲਾਅ ਨੂੰ ਬਣਾ ਸਕਦੀਆਂ ਨੇ। ਠੀਕ ਹੈ ਜੀ, ਔਰ ਜਿਹੜੇ ਕੁਝ ਬਾਕੀ ਸਬਜੈਕਟਸ ਰਹਿ ਗਏ ਜਿਨ੍ਹਾਂ ਨੂੰ ਆਪਾਂ ਰੈਜ਼ੀਡਰੀ ਪਾਵਰ ਵੀ ਬੋਲ ਦਿੰਦੇ ਆ, ਉਹ ਕਿਹਨੂੰ ਦੇ ਦਿੱਤੀਆਂ ਜਾਂਦੀਆਂ ਨੇ, ਉਹ ਯੂਨੀਅਨ ਗਵਰਨਮੈਂਟ ਨੂੰ ਦੇ ਦਿੱਤੀਆਂ ਜਾਂਦੀਆਂ ਨੇ। ਪੀਪੀਐਸਸੀ ਦੇ ਪ੍ਰੀਵੀਅਸ ਈਅਰ ਪੇਪਰਸ ਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਹੈ ਕਿ ਜਿਹੜੇ ਰੈਜ਼ੀਡਰੀ ਪਾਵਰਸ ਨੇ, ਰੈਜ਼ੀਡਰੀ ਸਬਜੈਕਟ ਰਹਿ ਜਾਂਦੇ ਨੇ, ਉਹਨਾਂ ਦਾ ਕੰਟਰੋਲ ਹੈ ਜਿਹੜਾ ਕਿਹਨੂੰ ਜਾਂਦਾ ਹੈ, ਉਹ ਜੀ ਯੂਨੀਅਨ ਗਵਰਨਮੈਂਟ ਨੂੰ ਜਾਂਦਾ ਹੈ ਜਾਂ ਫਿਰ ਸੈਂਟਰ ਗਵਰਨਮੈਂਟ ਨੂੰ ਜਾਂਦਾ ਹੈ। ਠੀਕ ਹੈ ਜੀ, ਤਾਂ ਹੁਣ ਦੇਖੋ ਆਪਣੇ ਪਾਸ ਇੰਪੋਰਟੈਂਟ ਕੀ ਹੈ, ਆਪਣੇ ਮੇਨ ਜਿਹੜੇ ਸਬਜੈਕਟਸ ਕਿਹੜੇ ਯੂਨੀਅਨ ਲਿਸਟ ਦੇ ਵਿੱਚ ਨੇ, ਆਪਣੇ ਸਾਰੇ ਨਹੀਂ ਯਾਦ ਕਰਨੇ, 100 ਦੇ 100 ਤਾਂ ਨਹੀਂ ਯਾਦ ਕਰਨੇ, ਪਰ ਮੇਨ ਕਿਹੜੇ ਯੂਨੀਅਨ ਦੇ ਵਿੱਚ ਨੇ, ਕਿਹੜੇ ਸਟੇਟ ਦੇ ਵਿੱਚ ਆਉਂਦੇ ਨੇ, ਕਿਹੜੇ ਕੰਕਰੈਂਟ ਦੇ ਵਿੱਚ ਆਉਂਦੇ ਨੇ, ਇਹ ਚੀਜ਼ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ ਕਿਉਂਕਿ ਇਹ ਪੇਪਰ ਦੇ ਵਿੱਚ ਸਟੇਟਮੈਂਟ ਵਾਈਜ਼ ਇੱਕ ਬਣਾ ਕੇ ਪੁੱਛ ਲਿਆ ਜਾਂਦਾ ਹੈ। ਠੀਕ ਹੈ ਜੀ, ਤਾਂ ਦੇਖੋ ਜੀ ਆਪਾਂ ਯੂਨੀਅਨ ਦਾ ਦੇਖਦੇ ਹਾਂ। ਦੇਖੋ ਡਿਫੈਂਸ ਹੋ ਗਿਆ,
ਫੋਰਨ ਅਫੇਅਰ ਹੋ ਗਿਆ, ਰੇਲਵੇ ਹੋ ਗਿਆ ਔਰ ਬੈਂਕਿੰਗ ਹੋ ਗਿਆ। ਇਹ ਜਿਹੜੇ ਮੇਨ ਸਬਜੈਕਟ ਨੇ ਤੁਸੀਂ ਯਾਦ ਰੱਖਣੇ ਨੇ, ਇਹ ਕਿਹਦੇ ਵਿੱਚ ਆਉਂਦੇ ਨੇ? ਯੂਨੀਅਨ ਲਿਸਟ ਦੇ ਵਿੱਚ ਆਉਂਦੇ ਨੇ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਜੀ ਪਬਲਿਕ ਆਰਡਰ, ਠੀਕ ਹੈ ਜੀ, ਪੁਲਿਸ ਹੋ ਗਿਆ। ਉਸ ਤੋਂ ਬਾਅਦ ਬੈਟਿੰਗ ਔਰ ਗੈਂਬਲਿੰਗ, ਇਹ ਨਿਊਜ਼ ਦੇ ਵਿੱਚ ਸੀਗਾ, ਤਾਂ ਯਾਦ ਰੱਖਣਾ ਜੀ ਬੈਟਿੰਗ ਔਰ ਗੈਂਬਲਿੰਗ ਦੋਨੋਂ ਕਿਹਦੇ ਵਿੱਚ ਆਉਂਦੇ ਨੇ? ਸਟੇਟ ਸਬਜੈਕਟ ਦੇ ਵਿੱਚ ਆਉਂਦੇ ਨੇ। ਹੁਣ ਜੀ ਸਟੇਟ ਸਬਜੈਕਟ ਦੇ ਵਿੱਚ ਆਉਂਦੇ ਨੇ, ਇਹਨਾਂ ਦਾ ਮਤਲਬ ਇਹ ਹੋਇਆ ਕਿ ਹਰ ਸਟੇਟ ਬੈਟਿੰਗ ਦੇ ਉੱਪਰ ਅਲੱਗ ਤੋਂ ਆਪਣੇ ਤਰੀਕੇ ਦੇ ਨਾਲ ਕਾਨੂੰਨ ਬਣਾ ਸਕਦੀ ਹੈ। ਐਦਾਂ ਹੀ ਸਿਮਿਲਰ ਗੈਂਬਲਿੰਗ ਦੇ ਲਈ ਆਪਣੀ ਹਰ ਸਟੇਟ ਆਪਣੇ ਤਰੀਕੇ ਦੇ ਨਾਲ ਅਲੱਗ ਕੀ ਬਣਾਏਗੀ? ਕਾਨੂੰਨ ਬਣਾਏਗੀ, ਠੀਕ ਹੈ ਜੀ। ਬੈਟਿੰਗ ਕਿਸੇ ਸਟੇਟਸ ਦੇ ਵਿੱਚ ਲੀਗਲ ਵੀ ਹੈ, ਕਿਸੇ 'ਚ ਇਲੀਗਲ ਵੀ ਹੈ, ਤਾਂ ਜਿੱਦਾਂ ਵੀ ਸਟੇਟਸ ਦੀ ਚੁਆਇਸ ਹੋਗੀ ਉਹ ਆਪਣੇ ਤਰੀਕੇ ਦੇ ਨਾਲ ਕੀ ਬਣਾਏਗੀ ਜੀ? ਕਾਨੂੰਨ ਬਣਾਏਗੀ। ਉਸ ਤੋਂ ਬਾਅਦ ਆਪਣੇ ਪਾਸ ਆ ਜਾਂਦਾ ਜੀ ਕਨਕਰੈਂਟ ਲਿਸਟ। ਕਨਕਰੈਂਟ ਲਿਸਟ ਦੇ ਵਿੱਚ ਕਿਹੜੇ ਸਬਜੈਕਟਸ ਨੇ? ਦੋ ਤੁਸੀਂ ਤਿੰਨ ਤੁਸੀਂ ਯਾਦ ਰੱਖਣੇ ਨੇ। ਇੱਕ ਤਾਂ ਤੁਸੀਂ ਐਜੂਕੇਸ਼ਨ ਯਾਦ ਰੱਖਣਾ, ਐਜੂਕੇਸ਼ਨ ਕਨਕਰੈਂਟ ਲਿਸਟ ਦੇ ਵਿੱਚ ਹੈ, ਮੀਨਸ ਐਜੂਕੇਸ਼ਨ ਦੇ ਉੱਪਰ ਯੂਨੀਅਨ ਗਵਰਨਮੈਂਟ, ਸਟੇਟ ਗਵਰਨਮੈਂਟ ਦੋਨੋਂ ਮਿਲ ਕੇ ਕੀ ਬਣਾ ਸਕਦੀ ਹੈ? ਕਾਨੂੰਨ ਬਣਾ ਸਕਦੀ ਹੈ। ਉਸ ਤੋਂ ਬਾਅਦ ਦੂਸਰਾ ਸਬਜੈਕਟ ਹੈਗਾ ਜੀ ਫੋਰੈਸਟ, ਤੁਸੀਂ ਯਾਦ ਰੱਖਣਾ ਫੋਰੈਸਟ ਹੈ ਜਿਹੜਾ ਉਹ ਵੀ ਕਨਕਰੈਂਟ ਲਿਸਟ ਦੇ ਵਿੱਚ ਆਉਂਦਾ, ਜਿਹਦੇ ਵਿੱਚ ਯੂਨੀਅਨ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਦੋਨੋਂ ਮਿਲ ਕੇ ਕਾਨੂੰਨ ਬਣਾ ਸਕਦੀ ਹੈ। ਇੱਕ ਤੀਸਰਾ ਜਿਹੜਾ ਰੀਸੈਂਟ ਨਿਊਜ਼ ਦੇ ਵਿੱਚ ਸੀਗਾ ਉਹ ਹੈਗਾ ਜੀ ਆਪਣੇ ਪਾਸ ਲੇਬਰ, ਠੀਕ ਹੈ ਜੀ। ਲੇਬਰ ਯਾਦ ਰੱਖਣਾ ਕਿਉਂਕਿ ਲੇਬਰ ਲਾਅ ਨੇ ਜਿਹੜੇ ਨਿਊਜ਼ ਦੇ ਵਿੱਚ ਸੀਗੇ, ਤਾਂ ਤੁਸੀਂ ਲੇਬਰ ਜਿਹੜਾ ਯਾਦ ਰੱਖਣਾ ਹੈ ਕਿ ਜਿਹੜਾ ਲੇਬਰ ਹੈ ਉਹ ਕਨਕਰੈਂਟ ਲਿਸਟ ਦਾ ਸਬਜੈਕਟ ਹੈ, ਠੀਕ ਹੈ ਜੀ। ਤਾਂ ਐਦਾਂ ਤੁਸੀਂ 7 ਸ਼ੈਡਿਊਲ ਨੂੰ ਥੋੜਾ ਧਿਆਨ ਦੇ ਵਿੱਚ ਰੱਖਣਾ। 7 ਸ਼ੈਡਿਊਲ ਦੇ ਵਿੱਚ 3 ਲਿਸਟ ਆਉਂਦੀਆਂ ਨੇ ਤੇ ਟੋਟਲ ਉਹਨਾਂ ਦੇ ਵਿੱਚ ਕਿੰਨੇ ਨੰਬਰ ਆਫ ਸਬਜੈਕਟਸ ਨੇ, ਠੀਕ ਹੈ ਜੀ। ਯੂਨੀਅਨ ਦੇ ਉੱਪਰ ਆਪਾਂ ਨੇ ਦੇਖ ਲਿਆ ਯੂਨੀਅਨ ਗਵਰਨਮੈਂਟ ਲਾਅ ਬਣਾਉਂਦੀ ਹੈ, ਸਟੇਟ ਦੇ ਉੱਪਰ ਸਟੇਟ ਗਵਰਨਮੈਂਟ ਲਾਅ ਬਣਾਉਂਦੀ ਹੈ ਤੇ ਕਨਕਰੈਂਟ ਦੇ ਉੱਪਰ ਦੋਨੋਂ ਮਿਲ ਕੇ ਲਾਅ ਬਣਾਉਂਦੀਆਂ ਨੇ। ਰੈਜ਼ੂਲਟਰੀ ਪਾਵਰ ਕਿਹਨੂੰ ਦੇ ਦਿੱਤੀਆਂ ਜਾਂਦੀਆਂ ਨੇ? ਯੂਨੀਅਨ ਗਵਰਨਮੈਂਟ ਨੂੰ ਦੇ ਦਿੱਤੀਆਂ ਜਾਂਦੀਆਂ ਨੇ। ਔਰ ਕਿਹੜੇ ਮੇਨ ਸਬਜੈਕਟਸ ਨੇ ਯੂਨੀਅਨ ਚ ਆਉਂਦੇ ਨੇ, ਕਿਹੜੇ ਮੇਨ ਸਟੇਟ ਔਰ ਕਨਕਰੈਂਟ ਦੇ ਵਿੱਚ ਆਉਂਦੇ ਨੇ, ਇਹ ਸਾਰੇ ਤੁਹਾਨੂੰ ਕੀ ਹੋਣੇ ਚਾਹੀਦੇ ਨੇ? ਪਤਾ ਹੋਣੇ ਚਾਹੀਦੇ ਨੇ, ਠੀਕ ਹੈ ਜੀ। ਇਹ ਸੀਗਾ ਆਪਣਾ 7 ਸ਼ੈਡਿਊਲ। ਹੁਣ ਆਪਾਂ ਅੱਗੇ ਚੱਲਦੇ ਹਾਂ ਜੀ। ਜੁਡੀਸ਼ੀਅਸ ਐਂਡ ਪਾਵਰ ਆਫ ਸੁਪਰੀਮ ਕੋਰਟ, ਠੀਕ ਹੈ ਜੀ, ਇਹ ਵੀ ਨਿਊਜ਼ ਦੇ ਵਿੱਚ ਹੈ ਜੀ। ਤਾਂ ਦੇਖੋ ਜੀ ਸੁਪਰੀਮ ਕੋਰਟ ਦੀਆਂ ਕਿਹੜੀਆਂ ਪਾਵਰਸ ਹੁੰਦੀਆਂ ਨੇ, ਉਹਨਾਂ ਬਾਰੇ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ। ਅਗਰ ਆਪਾਂ ਦੇਖੀਏ ਜੀ ਪ੍ਰੀਵੀਅਸ ਈਅਰ ਪੇਪਰ ਚੱਕ ਕੇ ਦੇਖ ਲਓ ਪੀਪੀਐਸਸੀ ਦੇ, ਤਾਂ ਉਹਦੇ ਵਿੱਚ ਇਹਦੇ ਵਿੱਚੋਂ ਕੁਐਸਚਨ ਡਾਇਰੈਕਟ ਪੁੱਛੇ ਗਏ ਨੇ, ਠੀਕ ਹੈ ਜੀ। ਤਾਂ ਆਪਾਂ ਦੇਖਦੇ ਹਾਂ ਜੀ ਪਾਵਰਸ ਆਫ ਸੁਪਰੀਮ ਕੋਰਟ ਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਜੀ ਓਰੀਜਨਲ ਜੁਡੀਕਸ਼ਨ। ਸੁਪਰੀਮ ਕੋਰਟ ਦੇ ਕਿਹੜੇ ਜੁਡੀਕਸ਼ਨਸ ਨੇ, ਉਹਦੇ ਵਿੱਚੋਂ ਸਭ ਤੋਂ ਪਹਿਲਾਂ ਹੈਗਾ ਆਪਣੇ ਪਾਸ ਓਰੀਜਨਲ ਜੁਡੀਕਸ਼ਨ। ਦੇਖੋ ਓਰੀਜਨਲ ਜੁਡੀਕਸ਼ਨ ਕੀ ਹੁੰਦਾ ਹੈ ਜੀ? ਅਗਰ ਕੋਈ ਸਟੇਟ, ਦੋ ਸਟੇਟਸ ਦੇ ਵਿੱਚ ਝਗੜਾ ਹੋ ਜਾਂਦਾ ਹੈ, ਇੱਕ ਸਾਈਡ ਸੈਂਟਰ ਗਵਰਨਮੈਂਟ ਜਾਂ ਫਿਰ ਇੱਕ ਸਟੇਟ ਦੇ ਵਿੱਚ ਕੋਈ ਡਿਸਪਿਊਟ ਅਰਾਈਜ਼ ਹੋ ਜਾਂਦਾ, ਸੈਂਟਰ ਗਵਰਨਮੈਂਟ ਜਾਂ ਦੋ ਸਟੇਟਸ ਦੇ ਵਿੱਚ ਕੋਈ ਡਿਸਪਿਊਟ ਅਰਾਈਜ਼ ਹੋ ਜਾਂਦਾ, ਤਾਂ ਇਸ ਤਰ੍ਹਾਂ ਦੇ ਡਿਸਪਿਊਟ ਨੂੰ ਜਿਹੜਾ ਸੁਪਰੀਮ ਕੋਰਟ ਹੈਂਡਲ ਕਰਦੀ ਹੈ, ਉਹ ਕਿਹੜੇ ਜੁਡੀਕਸ਼ਨ ਦੇ ਥਰੂ ਹੈਂਡਲ ਕਰਦੀ ਹੈ? ਉਹ ਆਪਣੇ ਪਾਸ ਓਰੀਜਨਲ ਜੁਡੀਕਸ਼ਨ ਦੇ ਥਰੂ ਕੀ ਕਰਦੀ ਹੈ ਜੀ? ਹੈਂਡਲ ਕਰਦੀ ਹੈ, ਠੀਕ ਹੈ ਜੀ। ਅੱਜ ਤੁਹਾਡੇ ਸਾਹਮਣੇ ਲਿਖਿਆ ਹੀ ਹੋਇਆ ਜੀ ਡਿਸਪਿਊਟ ਬਿਟਵੀਨ ਗਵਰਨਮੈਂਟ ਆਫ ਇੰਡੀਆ ਔਰ ਇੱਕ ਸਾਈਡ ਤੇ ਕੀ ਹੋ ਸਕੇ, ਇੱਕ ਜਾਂ ਇੱਕ ਤੋਂ ਜ਼ਿਆਦਾ ਸਟੇਟਸ ਵੀ ਹੋ ਸਕਦੀਆਂ ਨੇ। ਦੂਸਰੇ ਸਾਈਡ ਕੀ ਹੋ ਸਕਦੀ ਹੈ ਜੀ? ਡਿਸਪਿਊਟ ਬਿਟਵੀਨ one or more than government of India और dispute between more than one states, ठीक है जी। या फिर दो या दो तो ज़्यादा ਜਿਹੜੀਆਂ ਸਟੇਟਸ ਦੇ ਵਿੱਚ ਜਦੋਂ ਝਗੜਾ ਹੋ ਜਾਂਦਾ, ਤਾਂ ਜਿਹੜਾ ਉਹ ਹੈ ਉਹ ਕਿਹੜੀ ਸੁਪਰੀਮ ਕੋਰਟ ਦੀ ਕਿਹੜੀ ਪਾਵਰ ਜਾਂ ਕਿਹੜੇ ਜੁਡੀਕਸ਼ਨ ਦੇ ਥਰੂ ਕੀ ਕੀਤਾ ਜਾਂਦਾ? ਸੌਟ ਆਊਟ ਕੀਤਾ ਜਾਂਦਾ। ਤਾਂ ਕਿਹੜੀ ਜੁਡੀਕਸ਼ਨ ਦੇ ਅੰਡਰ ਆਉਂਦਾ ਹੈ ਜੀ? ਉਹ ਓਰੀਜਨਲ ਜੁਡੀਕਸ਼ਨ ਦੇ ਅੰਡਰ ਆਉਂਦਾ ਹੈ। ਪੀਪੀਐਸਸੀ ਦੇ ਪ੍ਰੀਵੀਅਸ ਈਅਰ ਪੇਪਰ ਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਹੈ, ਠੀਕ ਹੈ ਜੀ। ਕੋਆਪਰੇਟਿਵ ਇੰਸਪੈਕਟਰ ਦੇ ਵਿੱਚ ਆਈ ਥਿੰਕ ਇਹ ਕੁਐਸਚਨ ਪੁੱਛਿਆ ਗਿਆ ਹੈ ਜੀ, ਤੁਸੀਂ ਚੈੱਕ ਕਰਿਓ ਕੋਆਪਰੇਟਿਵ ਇੰਸਪੈਕਟਰ ਦਾ। ਉਹਦੇ ਵਿੱਚ ਡਾਇਰੈਕਟ ਡੈਫੀਨੇਸ਼ਨ ਪੁੱਛੀ ਗਈ ਹੈ ਕਿ ਓਰੀਜਨਲ ਜੁਡੀਕਸ਼ਨ ਕੀ ਹੁੰਦਾ ਹੈ, ਕਿ ਜਦੋਂ ਇੱਕ ਸਾਈਡ ਸੈਂਟਰ ਗਵਰਨਮੈਂਟ, ਦੂਸਰੀ ਸਾਈਡ ਇੱਕ ਜਾਂ ਇੱਕ ਤੋਂ ਜ਼ਿਆਦਾ ਸਟੇਟਸ ਹੁੰਦੀਆਂ ਨੇ, ਉਹਨਾਂ ਦੇ ਵਿਚਕਾਰ ਡਿਸਪਿਊਟ ਹੁੰਦਾ। ਸਿਰਫ ਇਹ ਆਪਸ਼ਨ ਸੀ ਔਰ ਇਹੀ ਆਪਸ਼ਨ ਕੀ ਸੀਗੀ? ਕਰੈਕਟ ਸੀਗੀ, ਠੀਕ ਹੈ ਜੀ। ਤਾਂ ਇਹ ਸੀਗਾ ਆਪਣੇ ਪਾਸ ਓਰੀਜਨਲ ਜੁਡੀਕਸ਼ਨ। ਇਹਨੂੰ ਤੁਸੀਂ ਇਹਦੀ ਡੈਫੀਨੇਸ਼ਨ ਤੁਸੀਂ ਧਿਆਨ ਦੇ ਵਿੱਚ ਰੱਖਣਾ। ਹੁਣ ਅੱਗੇ ਹੈਗਾ ਜੀ ਆਪਣੇ ਪਾਸ ਰਿਟ ਜੁਡੀਕਸ਼ਨ। ਹੁਣ ਦੇਖੋ ਜੀ ਇਹਦੇ ਵਿੱਚ ਕੀ ਹੁੰਦਾ ਹੈ ਜੀ, ਆਪਾਂ ਨੇ ਆਪਣੇ ਜਿਹੜੇ ਫੰਡਾਮੈਂਟਲ ਰਾਈਟਸ ਪੜ੍ਹੇ ਆ, ਉਹਦੇ ਵਿੱਚ ਆਪਾਂ ਨੇ ਆਰਟੀਕਲ 32 ਪੜ੍ਹਿਆ, ਜਿਹਨੂੰ ਆਪਾਂ ਹਾਰਟ ਐਂਡ ਸੋਲ ਆਫ ਕੌਨਸਟੀਟਿਊਸ਼ਨ ਵੀ ਬੋਲਦੇ ਹਾਂ ਜੀ। ਤਾਂ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਅਗਰ ਕੋਈ ਕਿਸੇ ਦਾ ਵੀ ਫੰਡਾਮੈਂਟਲ ਰਾਈਟ ਕੋਈ ਵੀ ਵਾਇਲੇਟ ਹੁੰਦਾ, ਤਾਂ ਉਸ ਦੇ ਤਹਿਤ ਆਪਾਂ ਕੀ ਕਰ ਸਕਦੇ ਹਾਂ ਜੀ? ਸੁਪਰੀਮ ਕੋਰਟ ਦੇ ਵਿੱਚ ਜਾ ਕੇ ਰਿਟ ਪਾ ਸਕਦੇ ਹਾਂ, ਠੀਕ ਹੈ ਜੀ, ਪਟੀਸ਼ਨ ਪਾ ਸਕਦੇ ਹਾਂ। ਤਾਂ ਉਹਦੇ ਰਿਗਾਰਡਿੰਗ ਆਪਣੇ ਪਾਸ ਜਿਹੜੀਆਂ ਨੇ ਆਪਣੇ ਕੌਨਸਟੀਟਿਊਸ਼ਨ ਦੇ ਵਿੱਚ 5 ਟਾਈਪ ਦੀਆਂ ਜਿਹੜੀਆਂ ਰਿਟਸ ਨੇ ਉਹ ਦਿੱਤੀਆਂ ਹੋਈਆਂ ਨੇ। ਕਿਹੜੀਆਂ ਨੇ ਜੀ? ਇੱਕ ਤਾਂ ਹੈਗੀ ਜੀ ਹੈਬਿਸ ਕਾਰਪਸ, ਇੱਕ ਮਿੰਟ ਜੀ, ਇੱਕ ਹੈਗੀ ਹੈ ਜੀ ਆਪਣੇ ਪਾਸ ਹੈਬਿਸ ਕਾਰਪਸ, ਇੱਕ ਮਿੰਟ, ਇੱਕ ਹੈਗੀ ਹੈ ਜੀ ਆਪਣੇ ਪਾਸ ਓਹੋ, ਇੱਕ ਮਿੰਟ ਜੀ, ਇੱਕ ਹੈਗੀ ਹੈ ਜੀ ਆਪਣੇ ਪਾਸ ਹੈਬਿਸ ਕਾਰਪਸ, ਮੈਂਡਮਸ ਹੋ ਗਈ, ਪ੍ਰੋਬਿਸ਼ਨ ਹੋ ਗਈ, ਕਿਊ ਵਾਰੰਟੋ ਹੋ ਗਈ ਤੇ ਸਰਸਰੀ। ਇਹ ਜਿਹੜੀਆਂ 5 ਨੇ ਰਿਟਸ ਨੇ, ਇਹਨਾਂ ਦੇ ਤਹਿਤ ਆਪਾਂ ਕੀ ਕਰ ਸਕਦੇ ਹਾਂ ਜੀ? ਸੁਪਰੀਮ ਕੋਰਟ ਦੇ ਵਿੱਚ ਵੀ ਔਰ ਹਾਈ ਕੋਰਟ ਦੇ ਵਿੱਚ ਵੀ ਕੀ ਪਾ ਸਕਦੇ ਹਾਂ? ਪਟੀਸ਼ਨ ਪਾ ਸਕਦੇ ਹਾਂ, ਅਗਰ ਫੰਡਾਮੈਂਟਲ ਜਿਹੜੇ ਆਪਣੇ ਰਾਈਟਸ ਨੇ ਉਹ ਵਾਇਲੇਟ ਹੁੰਦੇ ਨੇ। ਹੁਣ ਦੇਖੋ ਜੀ ਇੱਕ ਕੁਐਸਚਨ ਇੱਥੇ ਹੋਰ ਆਉਂਦਾ ਹੁੰਦਾ ਕਿ ਜੇ ਅਗਰ ਫੰਡਾਮੈਂਟਲ ਰਾਈਟਸ ਵਾਇਲੇਟ ਹੁੰਦੇ ਆ, ਤਾਂ ਜਿੱਦਾਂ ਆਪਾਂ ਸੁਪਰੀਮ ਕੋਰਟ 'ਚ ਵੀ ਰਿਟ ਪਾ ਸਕਦੇ ਹਾਂ ਐਂਡ ਹਾਈ ਕੋਰਟ ਦੇ ਵਿੱਚ ਵੀ ਰਿਟ ਪਾ ਸਕਦੇ ਹਾਂ। ਪਰ ਦੋਨਾਂ ਦੇ ਵਿੱਚੋਂ ਜਿਹੜਾ
दायरा है वो किहदा वड्डा हुंदा है, तां हाई कोर्ट दा दायरा वड्डा हुंदा है एज कंपेयर टू सुप्रीम कोर्ट दे नालों रिट पाउण दी उहदे विच। ठीक है जी, ये भी चीज़ तुसीं याद रखनी है कि सुप्रीम कोर्ट दे नालों हाई कोर्ट दा जिहड़ा दायरा है वड्डा हुंदा है। जिहड़ी आपां रिट है ओह सुप्रीम कोर्ट च भी पा सकदे हां और ओह आपां हाई कोर्ट दे विच भी पा सकदे हां। ठीक है जी, ये सीगा जी अपने पास रिट जुडिक्शन। अगला हैगा जी अपने पास नैक्सट हैगा जी अपने पास एपलेट जुडिक्शन। देखो जी एपलेट जुडिक्शन दे विच की हुंदा है जी, अगर आपां किसी भी लोअर कोर्ट दे डिसीजन तो सैटिस्फाइड नहीं हैगे, ठीक है जी, अगर आपां किसी भी लोअर कोर्ट दी जजमेंट तो सैटिस्फाई नहीं हैगे तां आपां हायर कोर्ट दे विच की कर सकदे हां, अपील कर सकदे हां। उसनूं आपां की बोलदे हां जी, एपलेट जुडिक्शन बोलदे हां। ठीक है जी, ये चीज़ दा ध्यान रखियो। एपलेट जुडिक्शन दे विच अगर तुसीं किसी लोअर कोर्ट दी जजमेंट तो खुश नहीं हैगे तां आपां देखदे हां कि आपां हायर कोर्ट दे विच जाके उस केस दे लिए की कर लैंदे हां जी, अपील कर लैंदे हां। तां उस चीज़ नूं आपां की बोलदे हां जी, एपलेट जुडिक्शन बोलदे हां। ठीक है जी, उस तो बाद अपने पास नैक्सट हैगा एडवाइजरी जुडिक्शन। सुपर इंपॉर्टेंट, ये भी जी पीपीएससी ਦੇ प्रीवियस ईयर पेपर्स ਦੇ ਵਿੱਚ क्वेश्चन पूछा गया कि एडवाइजरी जुडिक्शन की ਹੁੰਦਾ है। देखो एडवाइजरी जुडिक्शन की ਹੁੰਦਾ है कि आर्टिकल 143 ਦੇ थ्रू, ठीक है जी, प्रेजिडेंट किसी भी मैटर ਦੇ ਵਿੱਚ सुप्रीम कोर्ट तो की ਲੈ ਸਕਦਾ जी, सलाह ਲੈ ਸਕਦਾ, पर वो ਜਿਹੜੀ सलाह होगी वो बाइंडिंग नहीं होएगी। ठीक है जी, तो ये चीज़ का भी ध्यान रखियो तुसीं। ਤਾਂ एडवाइजरी जुडिक्शन की ਹੁੰਦਾ है आर्टिकल 143 ਦੇ थ्रू, ਜਦੋਂ प्रेजिडेंट की करता है जी, सुप्रीम कोर्ट तो सलाह ਲੈਂਦਾ है, ठीक है जी, किसी भी मैटर के उपर, ਤਾਂ ਉਹ ਜਿਹੜੀ ਸਲਾਹ ਹੈ ਬਾਈਂਡਿੰਗ ਨਹੀਂ ਹੁੰਦੀ, ਉਹਨੂੰ ਆਪਾਂ ਬੋਲਦੇ ਹਾਂ ਐਡਵਾਈਜ਼ਰੀ ਜੁਡੀਕਸ਼ਨ। ਐਪਲੇਟ ਜੁਡੀਕਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਆਪਾਂ ਲੋਅਰ ਕੋਰਟ ਦੀ ਜਜਮੈਂਟ ਤੋਂ ਆਪਾਂ ਸੈਟਿਸਫਾਈਡ ਨਹੀਂ ਹੈਗੇ ਤਾਂ ਆਪਾਂ ਹਾਇਰ ਕੋਰਟ ਦੇ ਵਿੱਚ ਕੀ ਕਰ ਲਾਂਗੇ, ਅਪੀਲ ਕਰ ਲਾਂਗੇ, ਉਹਨੂੰ ਆਪਾਂ ਬੋਲਦੇ ਹਾਂ ਜੀ ਐਪਲੇਟ ਜੁਡੀਕਸ਼ਨ ਬੋਲਦੇ ਹਾਂ। ਠੀਕ ਹੈ ਜੀ, ਤਾਂ ਇਹ ਜਿਹੜੀਆਂ ਪਾਵਰਸ ਨੇ ਆਫ ਸੁਪਰੀਮ ਕੋਰਟ ਦੀਆਂ, ਇਹਨਾਂ ਨੂੰ ਆਪਾਂ ਇਹਨਾਂ ਦੇ ਬਾਰੇ ਆਪਾਂ ਨੂੰ ਚੰਗੀ ਤਰੀਕੇ ਦੇ ਨਾਲ ਪਤਾ ਹੋਣਾ ਚਾਹੀਦਾ, ਕਿਉਂਕਿ ਇਹਦੇ ਵਿੱਚ ਪ੍ਰੀਵੀਅਸ ਈਅਰ ਪੇਪਰ ਦੇ ਵਿੱਚ ਇਹ ਚੀਜ਼ਾਂ ਡਾਇਰੈਕਟ ਹੈ ਜਿਹੜੀਆਂ ਪੁੱਛੀਆਂ ਗਈਆਂ ਨੇ। ਐਡਵਾਈਜ਼ਰੀ ਜੁਡੀਕਸ਼ਨ ਦੇ ਉੱਪਰ ਵੀ ਕੁਐਸਚਨ ਆਇਆ ਹੋਇਆ ਜੀ, ਔਰ ਇੱਕ ਆਪਾਂ ਨੇ ਸਟਾਰਟਿੰਗ ਦੇ ਵਿੱਚ ਡਿਸਕਸ ਕੀਤਾ ਸੀਗਾ कि ਜਿਹੜਾ ओरिजिनल जुडिक्शन है ਉਹਦੇ ਉੱਪਰ ਵੀ क्वेश्चन की है जी पीपीएससी ने प्रीवियस ईयर पेपर ਦੇ ਵਿੱਚ ਪਾਇਆ ਹੋਇਆ। ठीक है जी, ਹੁਣ ਆਪਾਂ ਨੈਕਸਟ ਚੱਲਦੇ ਹਾਂ ਜੀ, ਅੱਗੇ ਹੈਗਾ ਜੀ ਆਪਣਾ इंटर स्टेट काउंसिल। देखो जी ये नाम तो ही क्लीयर होंदा, इंटर स्टेट काउंसिल। देखो इंटर का मतलब की हो गया जी कि अगर मान लो कि किसी दो स्टेट दे विच कोई भी किसी भी तरीके का कोई झगड़ा हो जाता तो उहदे लिए जिहड़ी एक बॉडी है बनाई गई है। ठीक है जी, मतलब कोई डिस्प्यूट हो जाता सेंटर गवर्नमेंट दे विच हो गया या किसी होर स्टेट दे विच हो गया तो उन्होंने सॉर्ट आउट करन दे लिए, ठीक है जी, यह की बनाई गई है जी, एक बॉडी बनाई गई है। तो प्रेजिडेंट किसी भी टाइम बना सकते हैं जो उन्होंने पब्लिक इंटरस्ट की जरूरत पैंदी है। ठीक है, मतलब पब्लिक इंटरस्ट अगे आता तो उन्होंने लगता है कि एक बॉडी की वो बनाने की जरूरत है, तो एक कमेटी फॉर्म कर देंगे ने इस ऑर्गेनाइजेशन के अंडर। ठीक है, इस सॉरी बॉडी के अंडर। तो आर्टिकल 263 की है जी, इंटरस्टेट काउंसिल है जोड़ा जी, ये थ्रू आप स्टेबल करते हैं कादे लिए, कोआर्डीनेशन करने के लिए बिटवीन स्टेट्स एंड सेंटर दे विच, या फिर मोर दैन टू स्टेट्स दे विच आपां कह सकते हैं। ठीक है जी, जिदा फॉर एग्जाम्पल अगर दो या दो तो ज़्यादा स्टेट्स विच आपां देखते हैं जी, न्यूज़ दे विच रहिंदा कावेरी डिस्प्यूट है जोड़ा, कोई पानी नूं लैके किसी का रौला आंदा है या कोई होर आंदा है, तो इस तरह के जिहड़े केसिस नूं मतलब डिस्पोज ऑफ करन दे लिए इस ये जिहड़ी बॉडी है ये बनाई गई है। तो इनू कौन बनांदा है जी, ये टाइम टू टाइम जिहड़े प्रेजिडेंट ने जो कोई जरूरत उन्होंने फील होंदी है तो ये अंडर कमेटी बन दी जाती है। ठीक है, बना दी जाती है। तो यही चीज़ां जी लिखियां हुई ने जो आपने डिस्कस कीतियां ने कि इहदियां जिहड़ियां काउंसिल दी ड्यूटीज़ किहड़ियां ने, आही कोआर्डीनेशन बनाने के लिए जी आपने देख ही लिया। अगर कोई डिस्प्यूट राइज होंदा बिटवीन स्टेट्स दे विच आपने ये भी चीज़ देख ली। ठीक है जी, तो ये चीज़ां ने जिहड़ा इंटर स्टेट काउंसिल का की है जी काम है। ठीक है, इंटर तो आप समझते हैं, इंटर स्टेट मतलब मल्टीपल स्टेट्स दे विच अगर किसी तरीके का कोई डिस्प्यूट राइज होंदा तो उहदे लिए यह बॉडी है जिहड़ी बनाई गई है। तो इंटर स्टेट के जिहड़े की हुंदे ने जी, चेयरमैन कौन हुंदे ने जी, वो हुंदे ने PM। ये भी तुसीं ध्यान दे विच रखना, इंटर स्टेट काउंसिल के जिहड़े चेयरमैन हुंदे ने वो कौन हुंदे ने जी, अपने पास PM होंदे ने। अगे चलते हैं जी आपां नैक्सट न्यूज़ हैगी है जी अपने पास कि रिसेंटली आंध्र प्रदेश और वेस्ट बंगाल ने, ठीक है जी, आंध्र प्रदेश और वेस्ट बंगाल दी गवर्नमेंट्स ने विड्रॉ कर लिया जी जनरल कॉन्सेंट। ठीक है जी, एज अ रिजल्ट ऑफ टसल बिटवीन सेंटर एंड स्टेट। देखो जी की है जी, हुण देखो जनरल कॉन्सेंट का कंसैप्ट अपने सामने आया तो आपको पता होना चाहिए कि की चीज़ है। देखो जी जनरल कॉन्सेंट का कंसैप्ट CBI के नाल रिलेटेड है। ठीक है, आपने CBI पढ़िया सीगा, सेंट्रल ब्यूरो ऑफ इन्वेस्टिगेशन। तो की हुंदा है कि अगर कोई स्टेट CBI नूं जनरल कॉन्सेंट दे दिंदी है तो CBI उस स्टेट दे विच किसी भी टाइप का जिहड़ा केस है उन्होंने की कर सकती है, इन्वेस्टिगेट कर सकती है। ठीक है जी, मतलब हर बार केस टू केस उन्होंने परमिशन लैन की जरूरत नहीं हैगी। तो CBI नूं अगर एक बार जनरल कॉन्सेंट मिली हुई है तो उस स्टेट दे विच किसी भी तरीके का कोई भी केस है तो CBI विदाउट एनी परमिशन की कर सकती है जी, उस केस नूं इन्वेस्टिगेट कर सकती है। पर अगर स्टेट जनरल कॉन्सेंट का जिहड़ा कंसैप्ट है उन्होंने विड्रॉ कर लैंदी है तो
ਸੀਬੀਆਈ ਨੂੰ ਹਰ ਕੇਸ ਟੂ ਕੇਸ ਕੀ ਕਰਨੀ ਪਏਗੀ ਜੀ, ਸਟੇਟ ਗਵਰਨਮੈਂਟ ਤੋਂ ਪਰਮਿਸ਼ਨ ਲੈਣੀ ਪਏਗੀ। ਪਰ ਇਹ ਚੀਜ਼ ਇੰਪਲੀਮੈਂਟ ਨਹੀਂ ਹੁੰਦੀ ਜਿਹੜੇ ਓਲਡ ਕੇਸਿਸ ਨੇ, ਲਾਈਕ ਕਿੱਦਾਂ, ਜਿੱਦਾਂ ਜਨਰਲ ਕੌਂਸੈਂਟ ਪਹਿਲਾਂ ਦਿੱਤੀ ਹੋਈ ਸੀਗੀ, ਕੇਸਿਸ ਚੱਲ ਰਹੇ ਸੀਗੇ, ਉਸ ਤੋਂ ਬਾਅਦ ਜਨਰਲ ਕੌਂਸੈਂਟ ਵਿਡਰॉ ਕਰ ਲਈ। ਪੁਰਾਣੇ ਕੇਸਿਸ ਦੇ ਲਈ ਉਹਨਾਂ ਨੂੰ ਕਿਸੇ ਤਰੀਕੇ ਦੀ ਪਰਮਿਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ, ਉਹ ਐਜ਼ ਇਟ ਇਜ਼ ਚੱਲਣਗੇ। ਪਰ ਨਵੇਂ ਕੇਸਿਸ ਦੇ ਵਿੱਚ ਕੇਸ ਟੂ ਕੇਸ ਕੀ ਕਰਨੀ ਪਏਗੀ, ਉਹਨਾਂ ਨੂੰ ਸਟੇਟ ਗਵਰਨਮੈਂਟ ਤੋਂ ਪਰਮਿਸ਼ਨ ਲੈਣੀ ਪਏਗੀ। ਹੁਣ ਇਹ ਕਿਉਂ ਕੀਤੀ ਗਈ ਹੈ? ਕਿਉਂਕਿ ਜੀ ਸੈਂਟਰ ਦੇ ਵਿੱਚ ਅਲੱਗ ਸਰਕਾਰ ਹੈ, ਠੀਕ ਹੈ ਜੀ, ਔਰ ਸਟੇਟ ਦੇ ਵਿੱਚ ਅਲੱਗ ਪਾਰਟੀ ਦੀ ਸਰਕਾਰ ਹੈ, ਤਾਂ ਸੈਂਟਰ ਔਰ ਸਟੇਟ ਗਵਰਨਮੈਂਟ ਦੇ ਵਿੱਚ ਟਸਲ ਚੱਲਦੀ ਹੈ। ਉਹਦੀ ਵਜ੍ਹਾ ਕਰਕੇ ਸੀਬੀਆਈ ਦੀ ਜਿਹੜੀ ਇਹ ਪਾਵਰ ਹੈ ਉਹਨੂੰ ਵਿਡਰॉ ਕਰ ਲਿਆ ਜੀ ਕਾਫੀ ਸਾਰੀਆਂ ਸਟੇਟਸ ਨੇ। ਇਹਦੇ ਵਿੱਚ ਵੈਸਟ ਬੰਗਾਲ, ਆਂਧਰਾ ਪ੍ਰਦੇਸ਼ ਹੈ, ਟੋਟਲ 8 ਸਟੇਟ ਨੇ। ਇਹ ਵੀ ਚੀਜ਼ ਯਾਦ ਰੱਖਣੀ ਹੈ ਜੀ, ਅੱਗੇ ਹੈਗਾ ਜੀ ਆਪਣੇ ਨੋਟਸ ਦੇ ਵਿੱਚ ਇਹ ਤੇ ਦਿੱਤਾ ਹੋਇਆ। ਟੋਟਲ 8 ਸਟੇਟਸ ਨੇ ਜਿਨ੍ਹਾਂ ਨੇ ਕੀ ਕਰ ਲਿਆ ਜੀ, ਸੀਬੀਆਈ ਦੀ ਜਿਹੜੀ ਜਨਰਲ ਕੌਂਸੈਂਟ ਹੈ ਉਹਨੂੰ ਵਿਡਰॉ ਕਰ ਲਿਆ, ਇਨਕਲੂਡਿੰਗ ਪੰਜਾਬ, ਠੀਕ ਹੈ ਜੀ। ਪੰਜਾਬ ਨੇ ਵੀ ਸੀਬੀਆਈ ਦੀ ਜਿਹੜੀ ਇਹ ਪਾਵਰ ਹੈ ਉਹਨੂੰ ਵਿਡਰॉ ਕਰ ਲਿਆ ਹੈ, ਠੀਕ ਹੈ ਜੀ। ਤਾਂ ਇਹ ਸੀਗੇ ਜੀ ਅੱਜ ਦੇ ਆਪਣੇ ਪੋਲਿਟੀ ਇਸ਼ੂਜ਼, ਠੀਕ ਹੈ ਜੀ। ਇਹ ਫਸਟ ਪਾਰਟ ਸੀਗਾ ਜੀ ਆਪਾਂ, ਤੇ ਆਪਾਂ ਐਦਾਂ ਅੱਗੇ ਵੀ ਹੋਰ ਜਿਹੜੇ ਲੈਕਚਰ ਨੇ ਪੋਲਿਟੀ ਨਾਲ ਇਸ਼ੂਜ਼ ਦੇ ਨਾਲ ਰਿਲੇਟਡ ਆਪਾਂ ਡਿਸਕਸ ਕਰਦੇ ਰਵਾਂਗੇ। Thank you to all of you.